रेडियो इंडिया KRP 1110 AM ਦੇ ਸਰੋਤਿਆਂ ਨੂੰ ਸੁਖਜੀਤ ਮੰਗਤ ਵੱਲੋਂ ਸਤਿ ਸ਼੍ਰੀ ਅਕਾਲ। ਗੁੱਡ ਮਾਰਨਿੰਗ। 5 ਅਪ੍ਰੈਲ 2022 ਪ੍ਰੋਗਰਾਮ ਪੰਜਾਬੀ ਆਵਾਜ਼ 'ਚ ਤੁਹਾਡਾ ਸਵਾਗਤ ਹੈ। ਇਹ ਪ੍ਰੋਗਰਾਮ ਮੰਡੇ ਟੂ ਫਰਾਈਡੇ ਹਫਤੇ ਦੇ 5 ਦਿਨ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ ਡਾਕਟਰ ਸ਼ਿੰਦਰ ਪੁਰੇਵਾਲ ਤੇ ਮੇਰੇ ਵੱਲੋਂ। ਪ੍ਰੋਗਰਾਮ 'ਚ ਅਸੀਂ ਗੱਲਬਾਤ ਕਰਦੇ ਹੁੰਦੇ ਹਾਂ ਉਹਨਾਂ ਖਬਰਾਂ ਬਾਰੇ ਜਿਨ੍ਹਾਂ ਦਾ ਸਬੰਧ ਸਾਡੇ ਆਲੇ ਦੁਆਲੇ ਨਾਲ ਹੁੰਦਾ ਹੈ। ਦੁਨੀਆ ਭਰ ਸਾਡੇ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ radioindia.ca ਤੇ। ਸਟੂਡੀਓ ਦਾ ਨੰਬਰ ਹੈ 6045929191 6045929191। ਸਵਾਗਤ ਕਰਦੇ ਹੋ ਡਾਕਟਰ ਸ਼ਿੰਦਰ ਪੁਰੇਵਾਲ ਦਾ। ਡਾਕਟਰ ਸਾਹਿਬ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ 'ਚ। ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਡਾਕਟਰ ਸਾਹਿਬ। ਅੱਜ ਆਪਾਂ ਖਬਰਾਂ ਦੀ ਜਿਹੜੀ ਸ਼ੁਰੂਆਤ ਹੈਗੀ ਆ ਇਹ ਓਨਟੇਰੀਓ ਤੋਂ ਕਰਨੀ ਆ। ਗੈਸ ਅਤੇ ਫਿਊਲ ਟੈਕਸ ਵਿੱਚ ਕਟੌਤੀ ਲਈ ਓਨਟੇਰੀਓ ਸਰਕਾਰ ਨੇ ਬਿੱਲ ਪੇਸ਼ ਕੀਤਾ ਤੇ ਜੇ ਇਹ ਬਿੱਲ ਪਾਸ ਹੋ ਜਾਂਦਾ ਤਾਂ ਫਿਰ 1 ਜੁਲਾਈ ਤੋਂ 6 ਮਹੀਨਿਆਂ ਲਈ ਅੰਡਰਲਾਈਨ ਜਿਹੜੀ ਕਰਨ ਵਾਲੀ ਚੀਜ਼ ਆ 6 ਮਹੀਨਿਆਂ ਲਈ ਸੂਬੇ ਵਿੱਚ ਗੈਸ ਟੈਕਸ 'ਚ 5.7 ਸੈਂਟਸ ਪ੍ਰਤੀ ਲੀਟਰ ਅਤੇ ਫਿਊਲ ਟੈਕਸ ਵਿੱਚ 5.3 ਸੈਂਟਸ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਜਾਵੇਗੀ। ਇਹ ਜਿਹੜੀ ਖਬਰ ਆ ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਇਹ ਖਬਰ ਜਿਹੜੀ ਆ ਇਹਨੂੰ ਤੁਸੀਂ ਇੱਕ ਪੈਟਰਨ ਦੇਖ ਸਕਦੇ ਆ ਸਾਰੇ ਕੈਨੇਡਾ ਦੇ ਵਿੱਚ। ਇੱਥੇ ਕੈਨੇਡਾ ਦੇ ਵਿੱਚ ਹੀ ਨਹੀਂ ਬਾਕੀ ਜਗ੍ਹਾ ਤੇ ਵੀ ਦੇਖ ਸਕਦੇ ਆ ਕਿ ਜਿੱਥੇ ਜਿੱਥੇ ਇਲੈਕਸ਼ਨ ਆਉਂਦੀ ਆ ਉੱਥੇ ਉੱਥੇ ਇਹਨਾਂ ਨੂੰ ਚੇਤਾ ਆ ਜਾਂਦਾ ਕਿ ਇਨਫਲੇਸ਼ਨ ਹੋ ਰਹੀ ਆ, ਗੈਸ ਪ੍ਰਾਈਸਿਸ ਵੱਧ ਰਹੀਆਂ। ਇਹਦਾ ਅਲਬਰਟਾ ਦਾ ਪਹਿਲਾਂ ਹੋਇਆ ਸੀ ਕਿਉਂਕਿ 9 ਅਪ੍ਰੈਲ ਨੂੰ ਲੀਡਰਸ਼ਿਪ ਰਿਵਿਊ ਹੋਣਾ। ਹਾਂਜੀ। ਫਿਰ ਉਸ ਤੋਂ ਬਾਅਦ ਕਿਬੈਕ ਦੇ ਵਿੱਚ ਹੋਈ ਸੀ, ਉਹਨਾਂ ਦੀ ਇਲੈਕਸ਼ਨ ਆ ਰਹੀ ਹੈ। ਉਹਨਾਂ ਨੇ ਵੀ ਪੈਸੇ ਵੰਡਤੇ ਸੀ। ਤੇ ontario ਦੇ ਵਿੱਚ ਇਲੈਕਸ਼ਨ ਆ ਰਹੀ ਹੈ ਜੂਨ ਦੇ ਵਿੱਚ। ਬੇਸਿਕਲੀ ਨਾ ਇਦਾਂ ਨਹੀਂ ਜਿਵੇਂ ਜਦੋਂ ਇਲੈਕਸ਼ਨ ਦਾ ਨਾ ਆ ਜਾਂਦਾ ਇੱਕ ਚਸ਼ਮਾ ਹੁੰਦਾ ਵੀ ਫੇਰ ਕਲੈਰਿਟੀ ਦੇ ਨਾਲ ਲੋਕਾਂ ਦੀਆਂ ਸਾਰੀਆਂ ਇਹਨਾਂ ਨੂੰ ਪ੍ਰੋਬਲਮਸ ਨਜ਼ਰ ਆ ਜਾਂਦੀਆਂ ਨੇ। ਉਸ ਵੇਲੇ ਇੱਕਦਮ ਆ ਜਾਂਦੀਆਂ। ਜੇ ਇੱਥੇ ਇਲੈਕਸ਼ਨ ਹੁੰਦੀ ਤਾਂ $110 ਨਹੀਂ ਸੀ ਹੋਣੇ, ਇੱਥੇ ਵੀ $500 ਮੁੜਨਾ ਸੀ ਲੋਕਾਂ ਨੂੰ। ਹਾਂਜੀ। ਕਿਉਂਕਿ 110 ਤਾਂ ਦੱਸਣ ਜੋਗੇ ਨਹੀਂ ਕਿਸੇ ਨੂੰ। ਇਹ ਤਾਂ ਸਾਡੇ ਸਿਸਟਮ ਦੇ ਵਿੱਚ ਦੋ ਰਾਵਾਂ ਮਿਲਦੀਆਂ ਪ੍ਰਾਈਮ ਮਿਨਿਸਟਰ ਨੂੰ ਜਾਂ ਪ੍ਰੀਮੀਅਰ ਨੂੰ। ਪ੍ਰਾਈਮ ਮਿਨਿਸਟਰ ਦੇ ਵਿੱਚ ਕੋਲ ਇੱਕ ਤਾਂ ਹੈਗਾ ਕੈਬਨਿਟ ਸੈਕਟਰੀ। ਹਾਂਜੀ। ਉਹਦੇ ਕੋਲ ਆਪਣਾ ਜਿਹਨੂੰ ਅਸੀਂ ਕਹਿੰਦੇ ਆ ਪ੍ਰਿਵੀ ਕਾਉਂਸਲਰ ਦਾ ਕਲਰਕ ਆਫ ਪ੍ਰਿਵੀ ਕਾਉਂਸਲਰ, ਉਹਨਾਂ ਦਾ ਪ੍ਰਿਵੀ ਕਾਉਂਸਲ ਦਾ ਆਫਿਸ ਹੁੰਦਾ ਉਹਨਾਂ ਦੇ ਕੋਲ। ਜੇ ਵਧੀਆ ਵਧੀਆ ਜਿਹੜੇ ਸਿਵਲ ਸਰਵਿਸ ਆਫਿਸਰ ਆ ਉਹਨੇ ਆਪਣੇ ਦਫ਼ਤਰ ਦੇ ਵਿੱਚ ਰੱਖੇ ਹੁੰਦੇ। ਉਹ ਮਤਲਬ ਤੁਸੀਂ ਇਹ ਕਹਿ ਲਓ ਕਿ ਸਿਵਲ ਸਰਵਿਸ ਦਾ ਉਹ ਪ੍ਰਾਈਮ ਮਿਨਿਸਟਰ ਹੈ। ਕੈਬਨਿਟ ਸੈਕਟਰੀ ਸਭ ਤੋਂ ਉੱਚਾ ਅਹੁਦਾ ਸਿਵਲ ਸਰਵਿਸ ਦੇ ਵਿੱਚ ਉਹੀ ਹੈ। ਇੱਕ ਤਾਂ ਉਹ ਐਡਵਾਈਜ਼ਰ ਹੈ ਪ੍ਰਾਈਮ ਮਿਨਿਸਟਰ ਨੂੰ। ਉਹ ਦਿੰਦਾ ਐਡਵਾਈਜ਼ ਕਿ ਵਾਟ ਇਜ਼ ਗੁੱਡ ਫॉर ਕੈਨੇਡਾ। ਹੁਣ ਸਸਕੈਚਵਾਨ ਦੇ ਵਿੱਚ ਕੋਈ ਇੱਕ ਹੋ ਸਕਦਾ ਤਬਦੀਲੀ ਆ ਜਾਵੇ, ਉੱਥੇ ਉਹਨਾਂ ਦੀ ਫਸਲ ਨਾ ਹੁੰਦੀ ਹੋਵੇ ਤੇ ਉਹ ਫਿਰ ਕਹਿਣਗੇ ਕਿ ਤੁਸੀਂ ਉਹਨਾਂ ਦੀ ਇੰਡਸਟਰੀ ਲਾਓ, ਤੁਸੀਂ ਉਹਨਾਂ ਦੀ ਆਹ ਕਰੋ। ਕੋਈ ਨਾ ਕੋਈ ਬਦਲਵਾਂ ਰੂਪ ਲੈ ਕੇ ਆਉਣਗੇ ਕਿ ਉੱਥੇ ਦੇ ਲੋਕਾਂ ਨੂੰ ਇੰਪਲੋਇਮੈਂਟ ਕਿੱਦਾਂ ਦਿੱਤੀ ਜਾ ਸਕਦੀ ਹੈ। ਜਾਂ ਅਲਬਰਟਾ ਦੇ ਵਿੱਚ ਪ੍ਰੋਬਲਮ ਆ ਜਾਂਦੀ ਕਿਉਂਕਿ ਆਇਲ ਐਂਡ ਗੈਸ ਜ਼ਿਆਦਾ ਉਹਨਾਂ ਦੇ। ਬਹੁਤ ਵਾਰ ਆਇਲ ਐਂਡ ਗੈਸ ਤੇ ਸੰਕਟ ਆ ਜਾਂਦਾ। ਹਾਂਜੀ। ਤਾਂ ਉਹਨਾਂ ਦੀ ਆਮਦਨ ਘਟ ਜਾਂਦੀ ਹੈ ਜੀ। ਤੇ ਉਹ ਕੈਬਨਿਟ ਸੈਕਟਰੀ ਨੂੰ ਪੁੱਛਣਗੇ ਕਿ ਉਹਨਾਂ ਦਾ ਸੰਕਟ ਆ ਗਿਆ, ਕੀ ਕਰੀਏ। ਕੈਬਨਿਟ ਸੈਕਟਰੀ ਉਹ ਪ੍ਰਪੋਜ਼ ਕਰੂਗਾ ਕਿਉਂਕਿ ਉਹਦੇ ਕੋਲ ਰਿਸੋਰਸਿਸ ਹੈਗੇ। ਕਿਸੇ ਵੀ ਮਿਨਿਸਟਰੀ ਦੇ ਵਿੱਚ ਜਿੰਨੇ ਵੀ ਸੈਕਟਰੀ ਬੈਠੇ ਆ ਸਾਰੇ ਉਹਦੇ ਅੰਡਰ ਆ। ਜਿੰਨੇ ਵੀ ਸਟਾਫ ਉਹਦੇ ਅੰਡਰ ਆ ਐਕਸਪਰਟਸ ਆ, ਉਹ ਕਿਸੇ ਹੋਰ ਐਕੈਡੈਮਿਕਸ ਨੂੰ ਵੀ ਪੁੱਛਦੇ ਨੇ, ਸਟੱਡੀ ਕਰਵਾ ਲੈਂਦੇ ਨੇ, ਪੈਸੇ ਦੇ ਦਿੰਦੇ ਨੇ। ਉਹ ਇੱਕ ਸੋਲੂਸ਼ਨ ਲੈ ਕੇ ਆਉਂਦੇ ਜਿਹੜਾ ਨਾਨ ਪਾਰਟੀਜ਼ਨ, ਜਿਹਨੂੰ ਅਸੀਂ ਸੋਲੂਸ਼ਨ ਕਹਿੰਦੇ ਆ ਕਿ ਆਹ ਸੋਲੂਸ਼ਨ ਲਾਓ, ਇਹਦੇ ਨਾਲ ਇਹਨਾਂ ਦੀ ਇਕਨੋਮੀ ਨੂੰ ਬਦਲਿਆ ਜਾ ਸਕਦਾ। ਹੁਣ ਉਸ ਤੋਂ ਬਾਅਦ ਉਹ ਪ੍ਰਾਈਮ ਮਿਨਿਸਟਰ ਪੁੱਛਣਗੇ ਕਿ ਇਹਦੇ ਤੇ ਸਾਡਾ ਖਰਚਾ ਕਿੰਨਾ ਆਉਣਾ। ਉਹ ਕਹਿਣਗੇ ਜੇ ਪੂਰਾ ਖਰਚਾ ਕਰਨਾ ਤਾਂ 15 ਬਿਲੀਅਨ ਲੱਗਣਾ ਇਹ ਤੇ। ਹੁਣ ਦੂਸਰੇ ਪਾਸੇ ਇੱਕ ਆਫਿਸ ਪ੍ਰਾਈਮ ਮਿਨਿਸਟਰ ਦੇ ਨਾਲ ਹੀ ਹੁੰਦਾ ਹੈ, ਪ੍ਰੀਮੀਅਰ ਦੇ ਵੀ ਹੁੰਦਾ। ਉਹਨੂੰ ਅਸੀਂ ਪ੍ਰਾਈਮ ਮਿਨਿਸਟਰ ਦੇ ਆਫਿਸ ਨੂੰ ਕਹਿੰਦੇ PMO, ਪ੍ਰਾਈਮ ਮਿਨਿਸਟਰਸ ਆਫਿਸ। ਹਾਂਜੀ। ਉਹ ਬਿਲਕੁਲ ਪੋਲੀਟੀਕਲ ਹੈ। ਉਹਦੇ ਵਿੱਚ ਜਿੰਨੇ ਹੀ ਬੰਦੇ ਕੰਮ ਕਰਦੇ ਆ ਉਹ ਬੰਦੇ ਆ ਜਿਹੜੇ ਪ੍ਰਾਈਮ ਮਿਨਿਸਟਰ ਦੇ ਬਹੁਤ ਨਜ਼ਦੀਕੀ ਰਹੇ ਆ। ਖਾਸ ਤੌਰ ਤੇ ਚੀਫ ਆਫ ਸਟਾਫ ਉਹ ਬੰਦਾ ਆ
ਜਿਹੜਾ ਪ੍ਰਾਈਮ ਮਿਨਿਸਟਰ ਦਾ ਬਹੁਤ, ਜਿੱਦਾਂ ਪ੍ਰਾਈਮ ਮਿਨਿਸਟਰ ਡਿੱਗ ਵੀ ਪਵੇ ਨਾ ਸ਼ਰਾਬ ਪੀ ਕੇ, ਤਾਂ ਉਹ ਕਹੂਗਾ ਵੀ ਮੈਂ ਕੇਲੇ ਦੀ ਛਿਲਕ ਸਿੱਟ ਦਿੱਤੀ ਸੀ, ਉਹ ਤਾਂ ਤਿਲਕ ਕੇ ਡੱਪਿਆ ਸੀ। ਮਤਲਬ ਉਹ ਪ੍ਰਾਈਮ ਮਿਨਿਸਟਰ ਲਈ ਝੂਠ ਬੋਲ ਸਕਦਾ ਕੁਛ ਵੀ ਜੀ। ਤੇ ਸਾਡੇ ਸਿਸਟਮ 'ਚ ਕਹਿੰਦੇ ਹੁੰਦੇ ਆ ਕਿ ਪ੍ਰਾਈਮ ਮਿਨਿਸਟਰ ਦੇ ਬੈੱਡਰੂਮ 'ਚ ਬਿਨਾਂ ਖੜਕਾਏ ਤੇ 2 ਬੰਦੇ ਜਾ ਸਕਦੇ ਆ, ਇੱਕ ਕੈਬਨਿਟ ਸੈਕਟਰੀ ਤੇ ਦੂਸਰਾ ਚੀਫ ਆਫ ਸਟਾਫ। ਵੈਸੇ ਜਾਂਦੇ ਤਾਂ ਨਹੀਂ, ਪਰ ਮਤਲਬ ਕਿਹਾ ਜਾਂਦਾ ਉਹਨਾਂ ਨੂੰ ਐਕਸੈਸ ਹੈ। ਹਾਂਜੀ, ਤੁਸੀਂ ਇਮੈਜਿਨ ਕਰਿਓ ਕਿ ਫੈਡਰਲ ਕੈਬਨਿਟ ਮਿਨਿਸਟਰਸ ਨੂੰ ਕਈ ਵਾਰੀ ਪ੍ਰਾਈਮ ਮਿਨਿਸਟਰ ਦੇ ਨਾਲ ਮੀਟਿੰਗ ਨਹੀਂ ਮਿਲਦੀ, ਕਈ ਵਾਰੀ ਉਹਨਾਂ ਨੇ ਮੀਟਿੰਗ ਲਈ ਪ੍ਰਪੋਜ਼ਲ ਦਿੱਤੀ ਹੁੰਦੀ ਹੈ। ਚੀਫ ਆਫ ਸਟਾਫ ਦੀਆਂ ਮਿਹਨਤਾਂ ਕਰਦੇ ਉਹ ਕਿ ਮੈਨੂੰ 10 ਮਿੰਟ ਲੈ ਦੇ ਯਾਰ, ਮੈਨੂੰ 15 ਮਿੰਟ ਲੈ ਦੇ। ਚੀਫ ਆਫ ਸਟਾਫ ਦੇ ਜ਼ਿਆਦਾ ਕੰਟਰੋਲ ਹੁੰਦਾ ਉਹਦਾ। ਹੁਣ ਚੀਫ ਆਫ ਸਟਾਫ ਜਿਹੜਾ ਹੈ ਉਹ ਹੈਗਾ ਪੋਲੀਟੀਕਲ ਬੰਦਾ, ਉਹ ਦੇਖਦਾ ਕਿ ਲਿਬਰਲ ਪਾਰਟੀ ਲਈ ਕੀ ਚੀਜ਼ ਹੈ, ਕੀ ਗੁੱਡ ਹੈ ਸਾਡੇ ਲਈ। ਹੁਣ ਕੈਬਨਿਟ ਮਿਨਿਸਟਰ ਨੇ ਕੈਬਨਿਟ ਸੈਕਟਰੀ ਨੇ ਤਾਂ ਕਹਿਤਾ ਕਿ ਅਲਬਰਟਾ ਦੇ ਵਿੱਚ ਜੇ ਤੁਸੀਂ $15 ਬਿਲੀਅਨ ਲਾਓ ਤਾਂ ਆਇਲ ਐਂਡ ਗੈਸ ਨਾਲ ਜਿਹੜਾ ਸੰਕਟ ਆਉਂਦਾ ਆ ਇਹਨੂੰ ਦੂਰ ਕੀਤਾ ਜਾ ਸਕਦਾ। ਹੁਣ ਜਿਹੜਾ ਚੀਫ ਆਫ ਸਟਾਫ ਆਊਗਾ ਉਹ ਕਹੂਗਾ ਜਸਟਨ ਤੁਹਾਡਾ ਦਿਮਾਗ ਖਰਾਬ ਹੈ, ਉੱਥੇ ਇੱਕ ਵੀ MP ਨਹੀਂ ਚੁਣਿਆ ਸਾਡਾ, ਇਹ ਸਾਰੇ ਕੰਜ਼ਰਵੇਟਿਵ ਨੂੰ ਵੋਟ ਪਾਉਂਦੇ, ਸਾਡੇ ਵੱਲੋਂ ਖੂਹ 'ਚ ਜਾਣੇ। ਇਸ ਤਰ੍ਹਾਂ ਦੀਆਂ ਖਬਰਾਂ ਉਹ, ਕਿਉਂਕਿ ਉਹਦੀ ਐਡਵਾਈਸ ਜਿਹੜੀ ਆ ਉਹ ਸਿਰਫ ਤੇ ਸਿਰਫ ਪੋਲੀਟੀਕਲ ਐਡਵਾਈਸ ਆ, ਆਪਣੀ ਪਾਰਟੀ ਲਈ ਕੀ ਗੁੱਡ ਹੈ ਉਹ ਉਹ ਇਹ ਨਹੀਂ ਦੇਖਦਾ ਕੈਨੇਡਾ ਦੀ ਕੀ ਗੁੱਡ ਹੈ, ਉਹ ਇਹ ਦੇਖਦਾ ਕਿ ਸਾਡੀ ਪਾਰਟੀ ਲਈ ਅਗਲੀ ਇਲੈਕਸ਼ਨ ਜਿੱਤਣੀ ਆ ਉਹ ਕੀ ਹੋਣਾ। ਸੋ ਜਿਹੜੇ ਪ੍ਰੀਮੀਅਰ ਨੇ ਵੀ ਡਿਸੀਜਨ ਬਣਾਉਂਦੇ ਆ, ਇਹਨਾਂ ਦੇ ਜਿਹੜਾ ਚੀਫ ਆਫ ਸਟਾਫ ਹੈ ਉਹ ਦੇਖਦਾ ਕਿ NDP ਨੇ ਅਗਲੀ ਵਾਰ ਨੂੰ ਜਿੱਤਣਾ ਕਿ ਨਹੀਂ ਜਿੱਤਣਾ ਸਾਡੇ ਜਿਹੜੇ BC ਦੇ ਵਿੱਚ। ਤੇ ਜਿਹੜਾ ਹੋਣਾ ਇਹਨਾਂ ਦਾ ਡਿਪਟੀ ਮਿਨਿਸਟਰ ਉਹ ਦੇਖੂਗਾ ਵੀ ਲੋਕਾਂ ਨੂੰ ਵਾਕਿਆ ਹੀ ਗੈਸ ਪੰਪ ਤੇ ਖੜੇ ਆ, ਔਰ ਖਾਸ ਤੌਰ ਤੇ ਅਲਬਰਟਾ ਨੇ ਮਾਫ ਕਰ ਦਿੱਤਾ ਟੈਕਸ, ਤਾਂ ਸਾਡੇ ਤੇ ਪ੍ਰੈਸ਼ਰ ਪਿਆ ਆ ਬਹੁਤ, ਜਿਹੜੀਆਂ ਚੈਂਬਰਸ ਆਫ ਕਾਮਰਸ ਲਿਖ ਰਹੇ ਆ ਸਾਨੂੰ, ਫਿਰ ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ। ਫਿਰ ਉਹ ਚੀਫ ਆਫ ਸਟਾਫ ਕਹਿੰਦਾ ਹੋਣਾ ਚਲੋ ਖੁਸ਼ ਕਰਨਾ ਆ, $100 ਮੱਥੇ ਮਾਰੋ ਇਹਨਾਂ ਦੇ ਸਿਰ 'ਚ। ਆਪਣੀ ਕਿਹੜੀ ਇਲੈਕਸ਼ਨ ਆਈ ਹੈ, ਹਾਲੇ 2024 ਨੂੰ ਇਲੈਕਸ਼ਨ ਹੈ, ਜੇ ਦੇਖਾਂਗੇ ਜੇ ਪ੍ਰਾਈਸਿਸ ਉਦੋਂ ਤਾਂ ਹੀ ਜ਼ਿਆਦਾ ਰਹੀਆਂ ਤਾਂ ਲਾਗੇ ਜਾ ਕੇ ਕਰ ਦੇਵਾਂਗੇ। ਤੇ ਇਸ ਵੇਲੇ ਵੈਸੇ ਵੀ ਆਪੋਜੀਸ਼ਨ ਬੋਲਦੀ ਨਹੀਂ। ਹਾਂਜੀ ਬਿਲਕੁਲ, ਉਹ ਚੁੱਪ ਕਰਕੇ ਬੈਠੇ ਆ। ਸਾਨੂੰ ਇਹ ਹੈਗੇ ਵੀ ਜਿੰਨੇ ਵੀ ਲੀਡਰ ਆਪੋਜੀਸ਼ਨ ਨੇ ਦਿੱਤੇ ਆ ਹਾਲੇ, ਇਹ ਰੀਸਾਈਕਲਡ ਲੀਡਰਸ ਆ। ਇੱਕ ਜਿਹੜੀ ਗੋਰਡਨ ਕੈਂਪਬਲ ਦੀ ਸਰਕਾਰ ਜਿਹਨੂੰ ਬਹੁਤ ਵਾਰ ਨਕਾਰ ਚੁੱਕੇ ਲੋਕੀ, ਉਹਦੇ ਵਿੱਚੋਂ ਹੀ ਮੁੜ ਕੇ ਉਹਨਾਂ ਦੇ ਮਿਨਿਸਟਰ ਫੇਰ ਲੀਡਰਸ ਬਣੀ ਜਾਂਦੇ ਨੇ। ਜਿੰਨਾ ਚਿਰ BC ਲਿਬਰਲਸ ਦੇ ਕੋਲ ਨਵੀਂ ਪੀੜ੍ਹੀ ਨਹੀਂ ਆਉਂਦੀ, ਇਹ ਉਸ ਪੁਰਾਣੀ ਜਿਹੜੀ ਪੀੜ੍ਹੀ ਦਾ ਹਿੱਸਾ ਆ, ਰੀਸਾਈਕਲਡ ਲੀਡਰਸ। ਤਾਂ ਇਸ ਕਰਕੇ ਉਹ ਖਤਰਾ ਵੀ ਬਹੁਤਾ ਮਹਿਸੂਸ ਨਹੀਂ ਕਰਦੇ ਕਿ ਚਲੋ ਭਾਵੇਂ 2024 ਨੂੰ ਅਜੇ ਇਸ ਵੇਲੇ ਪ੍ਰੀਮੀਅਰ ਹੌਰਗਨ ਜਿਹੜੇ ਆ ਉਹਨਾਂ ਦੀ ਪਾਪੂਲੈਰਿਟੀ ਜਿਹੜੀ ਆ ਕਿਊਬੈਕ ਦੇ ਪ੍ਰੀਮੀਅਰ ਤੋਂ ਬਾਅਦ ਜੇ 10 ਨੂੰ ਦੇਖਦੇ ਹਾਂ ਅਸੀਂ, ਹਾਂਜੀ, ਕੈਨੇਡਾ ਦੇ ਵਿੱਚ ਤਾਂ ਦੂਸਰੇ ਪਾਪੂਲਰ ਲੀਡਰ ਆਏ। ਸੋ ਇਸ ਕਰਕੇ ਉਹਨਾਂ ਨੂੰ ਲੱਗਦਾ ਸੀ ਕਿ ਮੇਰੇ ਤੇ ਕੋਈ ਪ੍ਰੈਸ਼ਰ ਨਹੀਂ ਹੈ, ਨਾ ਇਲੈਕਸ਼ਨ ਆ ਰਹੀ ਆ ਤੇ ਇਲੈਕਸ਼ਨ ਹਾਲੇ ਹੈਗੀ ਆ 2 ਸਾਲ ਦੂਰ, ਪਰ ਪੈਟਰਨ ਇੱਕ ਬਣੀ ਜਾਂਦਾ। ਉਹ ਪੈਟਰਨ ਹੈਗਾ ਕਿ ਇਲੈਕਸ਼ਨ ਜਿੱਥੇ ਜਿੱਥੇ ਆ ਗਈ ਉੱਥੇ ਹੀ ਉਹਨਾਂ ਨੂੰ ਚੇਤਾ ਆ ਗਿਆ ਕਿ ਲੋਕਾਂ ਨੂੰ ਰਾਹਤ ਦੇਣੀ ਹੈ। ਉੱਥੇ ਉਹਨਾਂ ਨੂੰ ਚੇਤਾ ਆਇਆ ਕਿ ਇਨਫਲੇਸ਼ਨ ਅਪ ਹੋਈ ਆ, ਲੋਕਾਂ ਦਾ ਗੁਜ਼ਾਰਾ ਮੁਸ਼ਕਲ ਨਾਲ ਹੋ ਰਿਹਾ, ਲੋਕਾਂ ਲਈ ਸਾਨੂੰ ਕੁਝ ਕਰਨਾ ਚਾਹੀਦਾ। ਇੰਟੀਰੀਓ ਦੇ ਵਿੱਚ ਥੋੜੇ ਜਿਹੇ ਸਮਾਰਟ ਖੇਲੇ ਆ ਕਿਉਂਕਿ ਇਹਨਾਂ ਨੇ 1 ਜੁਲਾਈ ਤੋਂ ਸ਼ੁਰੂ ਕੀਤਾ। ਇਲੈਕਸ਼ਨ ਜਿਹੜੀ ਹੈ ਜੂਨ ਨੂੰ ਹੋ ਜਾਣੀ ਹੈ। ਹਾਂਜੀ, ਜੇ ਤਾਂ ਉਹ ਜਿੱਤ ਗਏ ਫਿਰ ਤਾਂ 6 ਮਹੀਨੇ ਕੋਈ ਗੱਲ ਨਹੀਂ, ਡੈਫਿਸਿਟ ਥੋੜਾ ਜਿਹਾ ਹੋਰ ਹੋ ਜਾਊਗਾ ਉਹਨਾਂ ਲਈ, ਤੇ ਜੇ ਉਹ ਹਾਰ ਗਏ ਕੋਈ ਗੱਲ ਨਹੀਂ, ਫਿਰ ਆਪੋਜੀਸ਼ਨ ਦੇ ਸਿਰ ਪੈ ਜਾਊਗਾ। ਹਾਂਜੀ, ਆਪੇ ਹੀ ਉਹਨਾਂ ਨੇ ਸ਼ੁਰੂ 1 ਜੁਲਾਈ ਤੋਂ ਕੀਤਾ, ਜਦੋਂ ਹੁਣ ਤੋਂ ਇਹ ਲੋਕਾਂ ਨੂੰ ਇਹ ਕਹਿਣਗੇ ਕਿ ਅਸੀਂ ਕਾਨੂੰਨ ਪਾਸ ਕਰਤਾ। ਵੈਸੇ ਦੇਖੋ ਕਿੰਨਾ ਸਮਾਰਟ ਮੂਵ ਆ ਉਹਨਾਂ ਦਾ। ਇਹ ਵੀ ਸਮਾਰਟ ਮੂਵ ਆ ਕਿ ਇਲੈਕਸ਼ਨ ਤੋਂ, ਜਦੋਂ ਇਲੈਕਸ਼ਨ ਹੋ ਗਈ ਉਸ ਤੋਂ ਬਾਅਦ ਹੈ, ਜੇ ਜਿੱਤ ਵੀ ਜਾਈਏ ਜਾਂ ਅਸੀਂ ਹਾਰ ਵੀ ਜਾਈਏ। ਜਿਵੇਂ ਹੁਣ ਬਿੱਲ ਪੇਸ਼ ਕੀਤਾ, ਲੋਕਾਂ ਦੇ ਦਿਲਾਂ 'ਚ ਥੋੜੀ ਜਿਹੀ ਥਾਂ ਤਾਂ ਬਣਾਈ ਲਈ, ਲੋਕ ਸੋਚਦੇ ਆ ਵੀ ਇਹ ਸਾਡੇ ਲਈ ਸੋਚਦੇ ਆ, ਐਟਲੀਸਟ ਇਹ ਬਿੱਲ ਲੈ ਕੇ ਆਏ। ਹਾਂਜੀ, ਹੁਣ ਇੱਕ ਵੱਡੀ ਗੱਲ ਜਿਹੜੀ ਆ ਉਹ ਆ ਗਈ ਆ ਡੈਮੋਕ੍ਰੇਸੀ ਲਈ, ਅਸੀਂ ਜਿਹਨੂੰ ਲੋਕਤੰਤਰ ਕਹਿੰਦੇ ਆ। ਇੱਕ ਦਿਮਾਗ ਦੇ ਵਿੱਚ ਲੋਕਾਂ ਦੇ ਵੜ ਚੁੱਕਾ ਕਿ ਇਹਨੇ ਸਿਸਟਮ ਨੇ ਇੱਥੇ ਰਹਿਣਾ,
ਇਹ ਕਦੇ ਵੀ ਦੁਨੀਆ ਦੇ ਵਿੱਚ ਨਾ ਆ ਦੇਸ਼ ਜਿਹੜਾ ਤੁਸੀਂ ਹੁਣ ਮੈਪ ਦੇਖਦੇ ਆ, ਅੱਜ ਤੋਂ 50 ਸਾਲ ਬਾਅਦ ਇਹ ਮੈਪ ਨਹੀਂ ਰਹਿਣਾ। ਅੱਜ ਤੋਂ 50 ਸਾਲ ਬਾਅਦ ਆਹ ਹੀ ਕੁਝ ਜੋ ਇਸ਼ੂਜ਼ ਆ ਰਹੀਆਂ ਇਹ ਨਹੀਂ ਰਹਿਣੀਆਂ, ਤੇ ਅੱਜ ਤੋਂ 50 100 ਸਾਲ 200 ਸਾਲ ਬਾਅਦ ਇਹੀ ਸਿਸਟਮ ਨਹੀਂ ਰਹਿਣਾ, ਕਿਉਂਕਿ ਇਹਦੇ ਵਿੱਚ ਆਲਰੇਡੀ ਜਿੱਦਾਂ ਇੱਕ ਥੀਸਿਸ ਦੇ ਰਹੇ ਆ ਡਿਕਲਾਈਨ ਆਫ ਲੈਜਿਸਲੇਚਰਸ। ਡਿਕਲਾਈਨ ਆਫ ਲੈਜਿਸਲੇਚਰਸ ਇਹ ਕਹਿ ਰਹੇ ਆ ਕਿ 19ਵੀਂ ਸਦੀ ਦੇ ਵਿੱਚ MPs MLAs ਜਿਹੜੇ ਖੜਦੇ ਸੀ ਉਹਨਾਂ ਦੇ ਨਾਲੋਂ ਪਹਿਲਾਂ ਤਾਂ ਇੱਕ ਯੋਗਤਾ ਘਟ ਗਈ ਇਹਨਾਂ ਦੀ। ਕਈ ਬੰਦੇ ਇੱਥੇ ਹੋਣਗੇ ਜਿਹੜੇ ਮਿਨਿਸਟਰ ਜਿਨ੍ਹਾਂ ਨੂੰ ਟੈਂਪੂ ਦਾ ਕੰਡਕਟਰ ਨਹੀਂ ਰੱਖਣਾ ਕਿਸੇ ਨੇ, ਮਤਲਬ ਉਹ ਕਿਤੇ ਕਲਰਕ ਨਹੀਂ ਲੱਗ ਸਕਦੇ ਫੈਡਰਲ ਸਰਕਾਰ ਜਾਂ ਪ੍ਰੋਵਿੰਸ਼ੀਅਲ ਸਰਕਾਰ ਦੇ ਵਿੱਚ, ਪਰ ਉਹ ਮਿਨਿਸਟਰ ਬਣ ਕੇ ਬੈਠੇ। ਇਹਦੇ ਮਤਲਬ ਉਹਨਾਂ ਦੀ ਯੋਗਤਾ ਹੈ ਨਹੀਂ ਗੀ, ਪਰ ਬੈਠੇ ਉੱਥੇ ਇਸ ਕਰਕੇ ਕਿਉਂਕਿ ਉਹ ਵੋਟਾਂ ਲੈਣੇ ਜਾਣਦੇ ਆ। ਹਾਂਜੀ, ਵੋਟਾਂ ਦੇ ਵਿੱਚ ਹੇਰਾਫੇਰੀ ਕਰਨੀ ਜਾਣਦੇ ਆ, ਕੀ ਕਰਨਾ ਆ, ਇਲੈਕਸ਼ਨ ਲੜਨੀ ਜਾਣਦੇ ਆ। ਜੀ ਸਮੇਂ ਜਿਹੜੇ ਵਧੀਆ ਦਿਆਨਤਦਾਰ ਬੰਦੇ ਆ ਉਹ ਨਹੀਂ ਲੜਨਾ ਚਾਹੁੰਦੇ। ਹੁਣ ਇਹ ਇੱਕ ਵੱਡੀ ਚੀਜ਼ ਹੈ। ਦੂਸਰਾ, ਓਵਰ ਦ ਈਅਰਸ ਖਾਸ ਤੌਰ ਤੇ ਪੀਅਰ ਐਲੀਅਟ ਟਰੂਡੋ ਦੇ ਨਾਲ ਸਾਡੇ ਸਿਸਟਮ ਦੇ ਵਿੱਚ ਉਹ ਜਿਹੜੀ ਕੈਬਨਿਟ ਆ ਉਹ ਜ਼ਿਆਦਾ ਪੋਜੀਸ਼ਨ ਉਹਨਾਂ ਦੀ ਤਕੜੀ ਹੋਈ ਆ। ਸਭ ਕੁਝ ਜਿੰਨੇ ਫੈਸਲੇ ਹੁੰਦੇ ਕੈਬਨਿਟ ਦੇ ਵਿੱਚ ਹੀ ਹੁੰਦੇ ਆ। ਜਿਹੜੀ ਬਾਕੀ ਦੀ ਕਾਕਸ ਉਹਨਾਂ ਨੂੰ ਕੋਈ ਨਹੀਂ ਪੁੱਛਦਾ। ਪੀਅਰ ਐਲੀਅਟ ਟਰੂਡੋ ਕਹਿੰਦੇ ਹੁੰਦੇ ਸੀ MPs ਆਰ ਨੋ ਬੋਡੀਜ਼। ਉਹਨਾਂ ਦਾ ਮਤਲਬ ਇਹ ਸੀ ਕਿ ਜੋ ਕੁਝ ਡਿਸਾਈਡ ਕਰਦੇ ਆ ਅਸੀਂ ਕਰਦੇ ਆ ਕੈਬਨਿਟ ਦੇ ਵਿੱਚ। ਤੁਸੀਂ ਆਟਵਾ ਵੈਸੇ ਵੀ ਜਾਓ, ਜਿਹੜੇ ਲੌਬੀਇਸਟ ਜਿਹੜੇ ਤੁਰੇ ਫਿਰਦੇ ਆ ਮਗਰ ਉਹ ਕੈਬਨਿਟ ਮਿਨਿਸਟਰਸ ਦੇ ਮਗਰ ਤੁਰੇ ਫਿਰਦੇ ਆ। ਉਹਨਾਂ ਦੇ ਕੋਲ ਪੈਸੇ ਆ, ਉਹ ਡਿਸੀਜਨ ਮੇਕਰਸ ਆ, ਉਹ ਬੈਠੇ ਆ ਪ੍ਰਾਈਮ ਮਿਨਿਸਟਰ ਦੇ ਨਾਲ ਤੇ ਉਹਨਾਂ ਨੇ ਫੈਸਲਾ ਕਰਨਾ ਕਿ ਕਿਹੜੀ ਪਾਲਿਸੀ ਅੱਗੇ ਲਿਆਉਣੀ ਜਾਂ ਕਿਹੜੀ ਪਾਲਿਸੀ ਹਟਾਉਣੀ। ਅਸੀਂ MPs ਨੂੰ ਤਾਂ ਸਿਰਫ ਤੇ ਸਿਰਫ ਇੰਨਾ ਹੀ ਦੱਸਦੇ ਆ। ਇੱਕ ਸਟੱਡੀ ਕਰਦੇ ਸੀ ਕਿ ਬਹੁਤੇ MPs ਨੂੰ ਤਾਂ ਵੈਸੇ ਬਿੱਲ ਪੜ੍ਹਨਾ ਹੀ ਨਹੀਂ ਆਉਂਦਾ। ਜਿਹੜਾ ਬਿੱਲ ਉਹਨਾਂ ਨੇ ਸਟੱਡੀ ਵਾਲਿਆਂ ਨੇ ਬਿੱਲ ਦਿੱਤਾ MPs ਨੂੰ ਬੈਠਿਆਂ ਨੂੰ, ਜਿਹੜਾ ਉਹਨਾਂ ਨੇ ਪਾਸ ਕੀਤਾ ਬਿੱਲ ਨੂੰ ਕਹਿੰਦੇ ਵੀ ਇਹ ਪੜ੍ਹ ਕੇ ਸੁਣਾਓ ਵੀ ਇਹਦਾ ਮਤਲਬ ਕੀ ਆ। ਹਾਂਜੀ, ਉਹ ਸਮਝਾ ਨਹੀਂ ਸਕੇ ਉਹਦੇ, ਕਿਉਂਕਿ ਉਹ ਹੈਗੀ ਆ ਲੀਗਲ ਲੈਂਗੁਏਜ। ਜਿਹੜਾ ਬਿੱਲ ਲਿਖਦੇ ਆ ਨਾ ਜੀ ਉਹ MPs ਨਹੀਂ ਲਿਖਦੇ, ਨਾ ਮਿਨਿਸਟਰ ਲਿਖਦੇ ਆ। ਇਹਨਾਂ ਦੇ ਕੋਲ ਹੈਗੀ ਆ ਮਿਨਿਸਟਰੀ ਆਫ ਜਸਟਿਸ। ਮਿਨਿਸਟਰੀ ਆਫ ਜਸਟਿਸ ਦੇ ਕੋਲ ਬਹੁਤ ਲੀਗਲ ਐਕਸਪਰਟਸ ਬੈਠੇ। ਹਾਂਜੀ, ਉਹਨਾਂ ਨੂੰ ਫਿਰ ਕਹਿੰਦੇ ਕਿ ਅਸੀਂ ਆਹ ਪਾਲਿਸੀ ਬਣਾਉਣੀ ਆ, ਇਹਦੇ ਤੇ ਇੱਕ ਸਾਨੂੰ ਕਾਨੂੰਨ ਲਿਖ ਕੇ ਦਿਓ, ਇਹਦੇ ਵਿੱਚ ਆਹ ਗੱਲਾਂ ਕੈਪਚਰ ਕਰਨੀਆਂ ਸੀ, ਤੇ ਉਹ ਲਿਖ ਦਿੰਦੇ ਨੇ। ਪਰ ਉਹ ਲਿਖਦੇ ਇਸ ਤਰੀਕੇ ਨਾਲ ਲੀਗਲ ਲੈਂਗੁਏਜ ਦੇ ਵਿੱਚ ਕਿ ਉਹ ਆਮ ਬੰਦੇ ਨੂੰ ਸਮਝ ਨਹੀਂ ਆਉਂਦੀ। ਤੇ ਆਮ ਬੰਦਿਆਂ ਦੇ ਵਿੱਚੋਂ MPs ਬਹੁਤ ਬੈਠੇ ਹੁੰਦੇ ਆ ਜਿਨ੍ਹਾਂ ਨੂੰ ਆਪਣੀ ਸਮਝ ਨਹੀਂ ਆਉਂਦੀ। ਉਹਨਾਂ ਨੂੰ ਸਿਰਫ ਤੇ ਸਿਰਫ ਸਰਕਾਰ ਨੇ ਇਹ ਦੱਸਿਆ ਹੁੰਦਾ, ਜਿਹੜਾ ਮੰਤਰੀ ਨੇ ਵੀ ਪੇਸ਼ ਕੀਤਾ ਬਿੱਲ, ਉਹ ਦੱਸ ਦਿੰਦੇ ਆ ਵਿਪ ਨੂੰ ਕਿ ਇਹਨਾਂ ਨੂੰ ਦੱਸ ਦਿਓ C-36 ਤੇ ਅਸੀਂ ਹਾਂ ਕਰਨੀ ਆ। ਇੱਕ ਵਾਰ ਇੱਥੇ ਕੈਨੇਡਾ ਦੇ ਵਿੱਚ ਹੀ 2 ਸਾਲ ਹੋਏ ਆ ਕੋਈ, ਇਹ ਲਿਬਰਲ MPs ਆਪਣੇ ਹੀ ਬਿੱਲ ਦੇ ਖਿਲਾਫ ਵੋਟ ਪਾ ਗਏ ਕੁਛ। ਉਸ ਦਿਨ 2 ਬਿੱਲ ਪਾਸ ਕਰਨੇ ਸੀ, ਕਈਆਂ ਨੂੰ ਪਤਾ ਹੀ ਨਹੀਂ ਲੱਗਾ, ਸੁਨੇਹਾ ਹੀ ਨਹੀਂ ਮਿਲਿਆ ਵੀ ਉਹਦੇ ਇੱਕ ਬਿੱਲ ਦੇ ਹੱਕ 'ਚ ਪਾਉਣੀ ਹੈ, ਇੱਕ ਦੇ ਅਗੇਂਸਟ ਪਾਉਣੀ ਹੈ। ਉਹਨਾਂ ਨੂੰ ਬਿੱਲ ਬਾਰੇ ਕੁਝ ਪਤਾ ਹੀ ਨਹੀਂ, ਕੁਛ ਨਹੀਂ ਬਿੱਲ ਬਾਰੇ ਪਤਾ, ਨਾ ਉਹ ਪੜ੍ਹਦੇ ਤੇ ਨਾ ਹੀ ਉਹਨਾਂ ਨੂੰ ਸਮਝ ਹੀ ਆਉਂਦਾ ਹੈ। ਯੈਸ ਨੋ ਹੀ ਕਰਨੀ ਹੁੰਦੀ ਹੈ ਬਸ। ਉੱਥੇ ਖੜੇ ਹੋਣਾ ਹੁੰਦਾ, ਉਹ ਪਹਿਲਾਂ ਵਿਪ ਨੇ ਦੱਸਿਆ ਹੁੰਦਾ ਉਹਨਾਂ ਨੂੰ, ਜਿਹੜਾ ਪਾਰਟੀ ਦਾ ਵਿਪ ਆ ਉਹਨੇ ਸੁਨੇਹਾ ਭੇਜਿਆ ਹੁੰਦਾ ਕਿ 2-3 ਬਿੱਲ ਅੱਜ ਪਾਸ ਕਰਨੇ ਆ। ਬਿੱਲ C-36 ਆਉਣਾ ਜਦੋਂ ਤੁਸੀਂ ਹਾਂ ਲਈ ਖੜੇ ਹੋਣਾ, ਬਿੱਲ 41 ਜਦੋਂ ਆਉਣਾ ਤੁਸੀਂ ਨਾ ਕਰਨੀ ਹੈ, ਬਿੱਲ 43 ਆਉਣਾ ਫੇਰ ਹਾਂ ਕਰਨੀ। ਕਈ ਵਾਰੀ ਉਹਨਾਂ ਦੀ ਇਹ ਗੱਲ ਸਮਝ 'ਚ ਨਹੀਂ ਆਉਂਦੀ ਤੇ ਇਸ ਕਰਕੇ ਉਹ ਖਿਲਾਫ ਵੀ ਵੋਟ ਪਾ ਜਾਂਦੇ। ਉਹ ਆਪ ਬਿਲਕੁਲ ਵੀ ਕੋਸ਼ਿਸ਼ ਨਹੀਂ ਕਰਦੇ ਜਾਣਨ ਦੀ ਕਿ ਉਹਨਾਂ ਵਿੱਚ ਹੈ ਕੀ ਆ। ਕੋਸ਼ਿਸ਼ ਬਿਲਕੁਲ, ਤੁਸੀਂ ਕਿਸੇ ਜਿਹੜੇ MP ਨੂੰ ਪੁੱਛ ਕੇ ਦੇਖ ਲਓ ਜਿਹਨਾਂ ਬਿੱਲ ਪਾਸ ਕਰਕੇ ਆਏ, ਪੜ੍ਹਿਆ ਵੀ ਆ ਕਦੇ? ਤੁਹਾਨੂੰ ਕੋਈ ਜਿਹੜੇ ਮਿਨਿਸਟਰ ਹੋਣਗੇ ਸ਼ਾਇਦ ਉਹਨਾਂ ਨੇ ਪੜ੍ਹਿਆ ਹੁੰਦਾ ਕਿਉਂਕਿ ਉਹਨਾਂ ਨੇ ਬਿੱਲ ਪੇਸ਼ ਕੀਤਾ ਹੁੰਦਾ। ਹਾਂਜੀ, ਜਾਂ ਕੋਈ ਬੜੇ ਲਗਨ ਵਾਲੇ MPs ਹੋਣੇ ਆ ਜਿਨ੍ਹਾਂ ਦੀ ਲਾਅ ਬੈਕਗਰਾਉਂਡ ਆ, ਉਹਨਾਂ ਨੇ ਪੜ੍ਹਿਆ ਹੁੰਦਾ ਹੈ, ਐਕੈਡੈਮਿਕ ਬੈਕਗਰਾਉਂਡ ਆ, ਉਹਨਾਂ ਨੇ ਪੜ੍ਹਿਆ ਹੁੰਦਾ। ਪਰ ਜਨਰਲੀ ਤੌਰ ਤੇ ਤਾਂ MPs ਬਿਜ਼ੀ ਆ ਫਿਊਨਰਲ ਅਟੈਂਡ ਕਰਨ ਦੇ ਵਿੱਚ। MP ਜਦੋਂ ਚੁਣਦੇ ਆ ਤੁਸੀਂ, MLA ਚੁਣਦੇ ਆ, ਇਹਨਾਂ ਦੇ 2 ਹੀ ਕੰਮ ਆ।
ਇੱਕ ਤਾਂ ਹੈਗਾ ਵੀ ਜਿਹੜੀ ਵੀ ਨੇਸ਼ਨ ਨੂੰ ਪ੍ਰੋਬਲਮਸ ਆ ਰਹੀਆਂ ਹਾਂਜੀ ਜਾਂ ਪ੍ਰੋਵਿੰਸ ਨੂੰ ਪ੍ਰੋਬਲਮਸ ਆ ਰਹੀਆਂ ਉਹਨਾਂ ਬਾਰੇ ਡਿਬੇਟਸ ਕਰਨੇ ਜੀ ਉੱਥੇ ਡਿਸਕਸ਼ਨ ਹੁੰਦੀ ਹੈ ਪਾਰਲੀਮੈਂਟ ਤਾਂ ਹੀ ਕਹਿੰਦੇ ਅਸੀਂ ਹਾਂਜੀ ਸ਼ਬਦ ਯੂਜ਼ ਕਰਦੇ ਹਾਂ ਪਾਰਲੀਮੈਂਟ ਪਾਰਲਰ ਗੱਲਬਾਤ ਕਰਨ ਲਈ ਉੱਥੇ ਗੱਲਬਾਤ ਕਰਨੀ ਹੈ ਦੂਸਰਾ ਹੈਗਾ ਉੱਥੇ ਕਾਨੂੰਨ ਪਾਸ ਕਰਨੇ ਆ ਇਹ ਗੱਲਾਂ ਜਿਹੜੀਆਂ ਦੋ ਗੱਲਾਂ ਮੇਨ ਆ ਪਰ ਬਹੁਤ ਐਮਪੀਜ਼ ਤੁਹਾਨੂੰ ਮਿਲਣਗੇ ਜਿਹੜਿਆਂ ਦਾ ਇਹਦੇ ਵਿੱਚ ਹੈਗਾ ਉਹਨਾਂ ਦੀ ਜ਼ੀਰੋ ਪਰ ਲੋਕਾਂ ਨਾਲ ਹੱਥ ਮਿਲਾਉਣ ਲਈ ਉਹ ਦੱਸ ਸਕਦੇ ਜਿੱਦਾਂ ਆਪਣੇ ਐਪ ਤੇ ਨਹੀਂ ਹੈ ਵੀ ਕਿੰਨੇ ਸਟੈਪ ਲਏ ਹਾਂਜੀ ਇਹਨਾਂ ਦੇ ਵੀ ਐਪਸ ਤੇ ਹੋਣਾ ਚਾਹੀਦਾ ਵੀ ਐਮਪੀ ਨੇ ਕਿੰਨੇ ਬੰਦਿਆਂ ਨਾਲ ਹੱਥ ਮਿਲਾਏ ਕਿਉਂਕਿ ਇਹਨਾਂ ਨੂੰ ਦੁੱਖ ਤਾਂ ਇਹ ਹੁੰਦਾ ਜਦੋਂ ਹਾਰ ਜਾਂਦੇ ਆ ਕਿ ਹੁਣ ਕੋਈ ਹੱਥ ਹੀ ਨਹੀਂ ਮਿਲਾਉਂਦਾ ਸਾਡੇ ਨਾਲ ਇਹ ਵੀ ਡਿਕਲਾਈਨ ਆਫ ਲੈਜਿਸਲੇਚਰ ਦਾ ਹਿੱਸਾ ਆ ਫਿਰ ਅੱਛਾ 19ਵੀਂ ਸਦੀ ਨਾਲ ਕੰਪੇਅਰ ਕਰਦੇ ਸੀ ਉਹ ਜਿਹੜਾ ਥੀਸਿਸ ਹੈ ਨਾ ਮੇਨ ਹਾਂਜੀ 19ਵੀਂ ਸਦੀ ਦੇ ਵਿੱਚ ਜਿਹੜੇ ਸਰਕਾਰ ਦੇ ਸਕੈਂਡਲ ਆਉਂਦੇ ਹੁੰਦੇ ਸੀ ਉਹ ਐਮਪੀਜ਼ ਦੀ ਕੋਸ਼ਿਸ਼ ਹੁੰਦੀ ਸੀ ਆਪੋਜੀਸ਼ਨ ਐਮਪੀਜ਼ ਦੀ ਉਹਨਾਂ ਨੇ ਬਿਊਰੋਕ੍ਰੇਸੀ ਨਾਲ ਗੱਲ ਕਰਨੀ ਕੋਈ ਨਾ ਕੋਈ ਘੋਖ ਕੱਢਣੀ ਤੇ ਆ ਕੇ ਫਿਰ ਆਪਣੇ ਕੰਸਟੀਚੁਐਂਟਸ ਨੂੰ ਦੱਸਣਾ ਮੀਡੀਆ ਨੂੰ ਦੱਸਣਾ ਕਿ ਆਹ ਕੁਝ ਹੋ ਰਿਹਾ ਉਹ ਮਤਲਬ ਵਾਚਫੁਲ ਆਈ ਕਹਿੰਦੇ ਹੁੰਦੇ ਸੀ ਉਹਨਾਂ ਨੂੰ ਕਿ ਇਹ ਐਕਚੁਅਲੀ ਇਹ ਨਿਗਾਹ ਰੱਖਦੇ ਸਰਕਾਰ ਤੇ ਕਿ ਕੀ ਕੁਝ ਹੋ ਰਿਹਾ ਹੁਣ ਉਹ ਕੰਮ ਜਿਹੜਾ ਉਹ ਜਰਨਲਿਸਟ ਨੇ ਫੜਿਆ ਹੈ ਤੁਸੀਂ ਦੇਖੋਗੇ ਹਾਊਸ ਆਫ ਕਾਮਨ ਦੇ ਵਿੱਚ ਕਈ ਵਾਰ ਬੈਠੇ ਆਪੋਜੀਸ਼ਨ ਐਮਪੀਜ਼ ਜਿਹੜੀ ਸਕੈਂਡਲ ਲੈ ਕੇ ਆਉਂਦੇ ਹੁੰਦੇ ਆ ਉਹ ਦਿਖਾੜਦੇ ਆ ਦੇਖ ਲਓ ਜੀ ਗਲੋਬਲ ਮੇਲ ਦੀ ਰਿਪੋਰਟ ਹਾਂਜੀ ਮਤਲਬ ਆਪ ਨੇ ਕੁਝ ਵੀ ਕੀਤਾ ਹੈ ਕਿਸੇ ਜਰਨਲਿਸਟ ਦੀ ਰਿਪੋਰਟ ਪੜ੍ਹ ਰਹੇ ਹੁੰਦੇ ਹੋ ਜੀ ਸੋ ਮੀਡੀਆ ਨੇ ਜਿਹੜਾ ਇਹਨਾਂ ਦਾ ਇਨਵੈਸਟੀਗੇਟਿਵ ਰੋਲ ਹੁੰਦਾ ਸੀ ਉਹ ਲੈ ਲਿਆ ਫਿਰ ਵਿਸਲ ਬਲੋਅਰਸ ਹੈਗੇ ਆ ਕਈ ਬੰਦੇ ਜਿਹੜੇ ਹੁਣ ਲੈਜਿਸਲੇਸ਼ਨ ਬਹੁਤ ਆ ਰਹੀਆਂ ਹੈ ਕਾਨੂੰਨ ਬਣਾ ਰਹੇ ਆ ਵੱਖ-ਵੱਖ ਪਾਰਲੀਮੈਂਟ ਲੋਕਾਂ ਨੇ ਜ਼ੋਰ ਪਾਇਆ ਹੈ ਕਿ ਜੇ ਕੋਈ ਬੰਦਾ ਸਿਵਲ ਸਰਵਿਸ ਦੇ ਵਿੱਚੋਂ ਆਪਣੀ ਗੱਲ ਦੱਸਣਾ ਚਾਹੁੰਦਾ ਹੈ ਤਾਂ ਉਹਦੀ ਸਜ਼ਾ ਇਹ ਨਹੀਂ ਹੋਣੀ ਚਾਹੀਦੀ ਵੀ ਉਹਨੂੰ ਤੁਸੀਂ ਸਰਕਾਰ ਨੂੰ ਨੌਕਰੀੋਂ ਕੱਢ ਦਿਓ ਉਹਦੀ ਨੌਕਰੀ ਬਰਕਰਾਰ ਰੱਖਣੀ ਚਾਹੀਦੀ ਹੈ ਇਸ ਕਰਕੇ ਕਈ ਲੋਕਾਂ ਦਾ ਅਜੇ ਵੀ ਲੋਕੀ ਬਹੁਤੇ ਖੁੱਲ੍ਹੇਆਮ ਨਹੀਂ ਕਿਸੇ ਗੱਲ ਬਾਤੇ ਉਹਦੇ ਬਾਰੇ ਗੱਲ ਕਰ ਸਕਦੇ ਪਰ ਫਿਰ ਵੀ ਜੇ ਉਹਨਾਂ ਨੂੰ ਪਤਾ ਕਿ ਸਾਡੀ ਜੌਬ ਸੇਫ ਹੈ ਨਾ ਫਿਰ ਕਈ ਸਿਵਲ ਸਰਵੈਂਟਸ ਜਿਹੜੇ ਆ ਉਹ ਦੱਸ ਦਿੰਦੇ ਕਿ ਦੇਖੋ ਆ ਕੀ ਕੁਝ ਹੋ ਰਿਹਾ ਸਾਡੇ ਡਿਪਾਰਟਮੈਂਟ ਵਿੱਚ ਹਾਂਜੀ ਸੋ ਨੰਬਰ ਆਫ ਇਸ਼ੂਜ਼ ਨੂੰ ਲੈ ਕੇ ਦੇਖਿਆ ਜਾਵੇ ਤਾਂ ਡੈਮੋਕ੍ਰੇਸੀ ਜਿਹੜੀ ਆ ਥੱਲੇ ਨੂੰ ਜਾ ਰਹੀ ਹੈ ਔਰ ਇੱਕ ਦਿਨ ਇਹਨਾਂ ਬੰਦਿਆਂ ਨੇ ਜਿਹੜੇ ਚੁਣੇ ਹੋਏ ਆ ਇਹਨਾਂ ਦੇ ਕਰਕੇ ਲੋਕੀ ਜਿਹੜੇ ਅੱਜ ਪਿਛਲੀ ਵਾਰ ਜਦੋਂ BC ਦੇ ਵਿੱਚ ਵੋਟ ਪਈ ਆ 55% ਤੋਂ ਘੱਟ ਵੋਟ ਪਈ ਆ ਹਾਂਜੀ 45% ਲੋਕਾਂ ਨੂੰ ਤਾਂ ਇਹਨਾਂ ਨੇ ਕਹਿਤਾ ਵੀ ਅਸੀਂ ਨਾਰਾਜ਼ ਕਰ ਦਿੱਤੇ ਤੇ ਹੌਲੀ ਹੌਲੀ ਉਹਨਾਂ ਦਾ ਨੰਬਰ ਵਧੀ ਜਾਂਦਾ ਹਾਂਜੀ ਆ ਤੁਸੀਂ ਦੇਖਿਓ ਮਿਊਨਿਸਪਲ ਇਲੈਕਸ਼ਨ ਮਿਊਨਿਸਪੈਲਿਟੀਜ਼ 70% ਸਾਨੂੰ ਸਰਵਿਸਿਜ਼ ਦਿੰਦੀਆਂ ਜੀ ਪਰ ਜਿੱਦਾਂ ਮੇਅਰ ਦਾ ਦੇਖਿਆ ਝੂਠ ਬੋਲਣ ਦਾ ਉਹਨਾਂ ਦੇ ਚਾਰਜ ਲੱਗਾ ਹੈ ਹਾਂਜੀ ਤਾਂ ਲੋਕੀ ਇੰਨੇ ਦੁਖੀ ਹੋਏ ਆ 33-34% ਲੋਕਾਂ ਨੇ ਵੋਟ ਪਾਉਣੀ ਹਾਂਜੀ ਬਿਲਕੁਲ ਲੋਕਾਂ ਦਾ ਜਿਹੜਾ ਵਿਸ਼ਵਾਸ ਆ ਫਿਰ ਉਹ ਟੁੱਟਿਆ ਹੋਇਆ ਨਾ ਕਿਉਂਕਿ ਇੱਕ ਜ਼ਿੰਮੇਵਾਰ ਬੰਦਾ ਮੇਅਰ ਨੂੰ ਆਪਾਂ ਦੇਖਦੇ ਆ ਤਾਂ ਲੋਕਾਂ ਨੇ ਇਲੈਕਟ ਕੀਤਾ ਹੁੰਦਾ ਤਾਂ ਰਿਸਪੌਂਸਿਬਲ ਬੰਦੇ ਦੇ ਤੌਰ ਤੇ ਦੇਖਦੇ ਆ ਤੇ ਫਿਰ ਜਦੋਂ ਆਪਾਂ ਉਹਨਾਂ ਦੇ ਕੰਮ ਦੇਖਦੇ ਆ ਫਿਰ ਵੋਟਾਂ ਦੇ ਵਿੱਚ ਲੋਕ ਸੋਚਦੇ ਆ ਕਾਹਦੇ ਲਈ ਵੋਟ ਪਾਉਣੀ ਆ ਕੋਈ ਫਾਇਦਾ ਨਹੀਂ ਹੈਗਾ ਇਹਨਾਂ ਨੇ ਤਾਂ ਆਹੀ ਸਾਰਾ ਕੁਝ ਕਰਨਾ ਜੀ ਗੈਸ ਦੀਆਂ ਵੱਧਦੀਆਂ ਹੋਈਆਂ ਕੀਮਤਾਂ ਨੇ ਲੋਕਾਂ ਦੇ ਨੱਕ 'ਚ ਦਮ ਕੀਤਾ ਹੋਇਆ ਸਾਰੇ ਤਰਾਤਰਾ ਕਰਦੇ ਆ ਇਹਦੇ ਤੋਂ ਛੁਟਕਾਰਾ ਪਾਇਆ ਜਾ ਸਕਦਾ ਵੈਸੇ ਹੁਣ ਇਲੈਕਟ੍ਰਿਕ ਕਾਰ ਦੇ ਸੋਲੂਸ਼ਨ ਦੇ ਰਹੇ ਆ ਤੇ ਵੈਸੇ ਤਾਂ ਕੋਈ ਫਰਕ ਨਹੀਂ ਪੈਣਾ ਟ੍ਰੈਫਿਕ ਨੂੰ ਜਾਮਸ ਨੂੰ ਇਹ ਕੁਝ ਜੋ ਕੁਝ ਦੇਖਦੇ ਆ ਪਰ ਇਲੈਕਟ੍ਰਿਕ ਕਾਰਸ ਚੀਪਰ ਹੈ ਗੈਸ ਨਾਲੋਂ ਇੱਕ ਤਾਂ ਗੈਸ ਦੇ ਵਿੱਚ ਵੈਸੇ ਹੀ ਪ੍ਰਾਈਸਿਸ ਵੱਧ ਰਹੀਆਂ ਸੀ ਇਹਦੀਆਂ ਕਿਉਂਕਿ ਪੈਂਡੈਮਿਕ ਖਤਮ ਹੋ ਰਿਹਾ ਇਕਨੋਮੀਜ਼ ਖੁੱਲ ਰਹੀਆਂ ਹਾਂਜੀ ਦੂਸਰਾ ਯੂਕਰੇਨ ਦੀ ਤੇ ਰਸ਼ੀਆ ਦੀ ਲੜਾਈ ਲੱਗ ਗਈ ਉਹਦਾ ਕਰਕੇ ਹੋ ਗਿਆ ਜੀ ਤੀਸਰਾ ਫੈਡਰਲ ਗਵਰਨਮੈਂਟ ਨੇ ਸਾਡੀ ਨੇ ਹਮੇਸ਼ਾ ਹੀ ਉਹ ਕਾਰਬਨ ਟੈਕਸ ਵਧਾਈ ਜਾਂਦੇ ਤੇ ਕਿਉਂਕਿ ਇਹਨੂੰ ਫੋਸਲ ਫਿਊਲ ਸਮਝਦੇ ਆ ਜੀ ਤੇ ਫੋਸਲ ਫਿਊਲ ਦੀ ਜੇ ਤਾਂ ਆਲਟਰਨੇਟਿਵ ਪਹਿਲਾਂ ਹੀ ਕੋਈ ਲੱਭਿਆ ਹੋਵੇ ਫੇਰ ਤਾਂ ਠੀਕ ਹੈ ਪਰ ਟੈਕਸ ਲੋਕਾਂ ਤੇ ਲਾਉਣਾ ਕਿ ਤੁਸੀਂ ਕਾਰਾਂ ਚਲਾਉਣੀਆਂ ਇਹ ਬੰਦ ਕਰੋ
ਦੂਸਰੀਆਂ ਕਾਰਾਂ ਅਜੇ ਅਵੇਲੇਬਲ ਨਹੀਂ। ਹੁਣ ਜਿਹੜਾ ਬਜਟ ਆਉਣਾ ਇਹਨਾਂ ਨੇ ਸ਼ਾਇਦ ਕਹਿਣਾ ਹੈ, ਕਿਆਸ ਰਾਹੀਂ ਲਾ ਰਿਹਾ ਕਿ ਹਰ ਇੱਕ ਡੀਲਰਸ਼ਿਪ ਨੂੰ ਕਹਿਣਗੇ ਕਿ ਤੁਸੀਂ ਜੇ ਇੰਨੀਆਂ ਪੈਟਰੋਲ ਵਾਲੀਆਂ ਕਾਰਾਂ ਵੇਚਣੀਆਂ ਤੇ ਇੰਨੀਆਂ ਤੁਹਾਨੂੰ ਇਲੈਕਟ੍ਰਿਕ ਕਾਰਾਂ ਵੀ ਵੇਚਣੀਆਂ ਪੈਣੀਆਂ। ਉਹਦੇ ਨਾਲ ਪ੍ਰਮੋਸ਼ਨ ਹੋ ਜਾਊਗੀ ਇਲੈਕਟ੍ਰਿਕ ਕਾਰਾਂ ਦੀ। ਪਰ ਉਹਦੀਆਂ ਪ੍ਰੋਬਲਮ ਇਹ ਹੈ ਕਿ ਤੁਸੀਂ ਜੇ ਗੈਸ ਪਾਉਣੇ ਆ ਤਾਂ ਥਾਂ ਥਾਂ ਤੇ ਗੈਸ ਸਟੇਸ਼ਨ ਹੈਗੇ। ਹਾਂਜੀ। ਉੱਥੇ ਉਹਨਾਂ ਦੇ ਤੁਹਾਨੂੰ ਪਾਵਰ ਸਟੇਸ਼ਨ ਵੀ ਲਾਉਣੇ ਪੈਣਗੇ ਉਹਨਾਂ ਦੀ ਜਿਹੜੀਆਂ ਇਲੈਕਟ੍ਰਿਕ ਕਾਰਾਂ ਨੂੰ ਰੀਫਿਊਲ ਕਰਨ ਲਈ। ਹਾਂਜੀ, ਉਹਨਾਂ ਨੂੰ ਚਾਰਜ ਕਰਨ ਨੂੰ। ਉਹ ਚਾਰਜ ਕਰਨ ਲਈ ਜਗ੍ਹਾ ਜਗ੍ਹਾ ਤੇ ਅਜੇ ਤੱਕ ਹੈ ਨਹੀਂ ਗਏ ਇੰਨੇ। ਹਾਂਜੀ, ਜਿੰਨੇ ਚਾਹੀਦੇ ਆ ਸਾਨੂੰ। ਜੀ। ਤੇ ਅਸੀਂ ਯੂਐਸ ਵਾਂਗੂ ਕੋਈ ਸਬਸਿਡੀ ਵੀ ਨਹੀਂ ਦੇ ਰਿਹਾ। ਹਾਂਜੀ, ਯੂਐਸ ਤਾਂ ਸਬਸਿਡੀ ਦੇ ਰਿਹਾ ਤਾਂ ਕਿ ਲੋਕੀ ਕਾਰਾਂ ਨੂੰ ਖਰੀਦਣ। ਕਾਰਾਂ ਮਤਲਬ ਉਹ ਤਾਂ ਸਬਸਿਡੀ ਤਾਂ ਵੈਸੇ ਲੋਕਾਂ ਦਾ ਪੈਸਾ ਆ ਤਾਂ ਇਲੈਕਟ੍ਰਿਕ ਜਿਹੜੀਆਂ ਕੰਪਨੀਆਂ ਨੂੰ ਦੇ ਰਿਹਾ ਉਹ ਤਾਂ। ਹਾਂਜੀ। ਕੰਪਨੀਆਂ GM ਨੂੰ ਫਾਇਦਾ ਹੋਣਾ, ਕ੍ਰਾਈਸਲਰ ਨੂੰ ਫਾਇਦਾ ਹੋਣਾ, ਆਮ ਲੋਕਾਂ ਦਾ ਟੈਕਸ ਪੇਅਰ ਦਾ ਪੈਸਾ ਆ ਜਿਹੜਾ ਦੇ ਰਿਹਾ ਆ ਸਬਸਿਡੀ ਤਾਂ ਉਹਨਾਂ ਨੂੰ ਦੇ ਰਿਹਾ ਆ। ਆਪਣੇ ਪੈਸਿਆਂ ਨਾਲ ਤੁਹਾਨੂੰ ਸਬਸਿਡੀ ਮਿਲ ਰਹੀ ਹੈ ਵੈਸੇ। ਹਾਂਜੀ। ਅੱਛਾ, ਪਰ ਅਰਬਨ ਪਲੈਨਰ ਜਿਹੜੇ ਆ ਉਹ ਇਸ ਗੱਲ ਤੋਂ ਖੁਸ਼ ਨਹੀਂ ਆ। ਉਹਨਾਂ ਨੇ ਹਮੇਸ਼ਾ ਹੀ ਕਿਹਾ ਕਿ ਤੁਸੀਂ ਜੇ ਪ੍ਰਮੋਟ ਕਰਨਾ ਆ ਤਾਂ ਪਬਲਿਕ ਟਰਾਂਸਪੋਰਟ ਨੂੰ ਕਰੋ। ਜੀ। ਕਿਉਂਕਿ ਬੱਸ ਜਿਹੜੀ ਹੈ ਇੱਕ ਜਾਂ ਗੱਡੀ ਜਿਹੜੀ ਆ ਉਹ ਕਈ ਲੋਕ ਲਿਜਾ ਸਕਦੀ ਹੈ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ, ਪਰ ਪੁਆਇੰਟ A ਤੋਂ ਪੁਆਇੰਟ B ਤੇ ਜਾਣਾ ਹੋਵੇ ਤਾਂ ਕਾਰ ਇਕੱਲਾ ਬੰਦਾ ਲੈ ਕੇ ਜਾਂਦਾ। ਹਾਂਜੀ। ਤੁਸੀਂ ਦੇਖ ਲਓ ਇਹਨਾਂ ਨੇ ਜਿਹੜੀਆਂ ਫਾਸਟ ਲੇਨਸ ਵੀ ਬਣਾਈਆਂ ਹੁੰਦੀਆਂ ਜਿਹਦੇ 'ਚ ਉਹਨਾਂ ਨੇ ਕਿਹਾ ਕਿ 2 ਬੰਦੇ ਹੋਣ। ਹਾਂਜੀ। ਉਹ 'ਚ ਬੰਦੇ ਚੀਟ ਕਰਦੇ, ਉਹਨਾਂ ਨੂੰ ਦੂਜਾ ਬੰਦਾ ਹੀ ਨਹੀਂ ਲੱਭਦਾ ਜਿਹੜਾ ਨਾਲ ਬੈਠ ਜਾਵੇ। ਇੱਥੇ ਸਿਐਟਲ ਦੇ ਲਾਗੇ ਕਈ ਵਾਰ ਫੜੇ ਉਹਨਾਂ ਨੇ, ਲੋਕਾਂ ਨੇ ਡਮੀਜ਼ ਖਰੀਦੀਆਂ ਆ, ਉਹਨਾਂ ਨੂੰ ਨਾਲ ਦੀ ਸੀਟ ਤੇ ਬਿਠਾ ਲੈਂਦੇ ਆ। ਹਾਂਜੀ। ਤੇ ਉਹਨਾਂ ਦੀ ਸੀਟ ਬੈਲਟ ਲਾ ਕੇ, ਪਰ ਪੁਲਿਸ ਵਾਲਾ ਦੇਖ ਲੈਂਦਾ ਵੀ ਇਹ ਬੰਦਾ ਤਾਂ ਲੱਗਦਾ ਨਹੀਂ। ਟਿਕਟ ਤਾਂ ਮਿਲ ਗਈ ਉਹਨਾਂ ਨੂੰ, ਪਰ ਉਹਨਾਂ ਨੂੰ ਦੂਜਾ ਬੰਦਾ ਹੀ ਨਹੀਂ ਮਿਲਦਾ। ਤੁਸੀਂ ਦੇਖੋ ਪਹਿਲਾਂ ਲੋਕੀ ਇੱਕ ਦੂਸਰੇ ਨਾਲ ਕਾਰਪੂਲਿੰਗ ਕਰਦੇ ਹੁੰਦੇ ਸੀ। ਹਾਂਜੀ। ਕਿ 3-4 ਜਾਣੇ ਇਕੱਠੇ ਕੰਮ ਤੇ ਚੱਲ ਜਾਣੇ, ਇੱਕੋ ਜਗ੍ਹਾ ਤੇ ਕੰਮ ਕਰਦੇ ਤੇ ਫਿਰ ਜਗ੍ਹਾ ਤੇ। ਹੁਣ ਇੱਕ ਜਗ੍ਹਾ ਤੇ ਜੇ 4 ਜਾਣੇ ਹੁੰਦੇ 4 ਕਾਰਾਂ ਚ ਆਉਂਦੇ। ਹਾਂਜੀ, ਅਲੱਗ-ਅਲੱਗ। ਹਰੇਕ ਬੰਦੇ ਦੇ ਕੋਲ ਜੇ ਸਰੀ ਦੇ ਵਿੱਚ ਕਾਰਾਂ ਦੇਖਣੀਆਂ ਹੁਣ ਜ਼ਿਆਦਾ ਤਾਂ ਤੁਸੀਂ ਖਾਸ ਤੌਰ ਤੇ ਜਿੱਥੇ ਸਾਡੇ ਹੁਣ ਮੋਰ ਰੀਸੈਂਟਲੀ ਬਿਲਡ ਕੀਤੇ ਆ ਘਰ, ਸਿਟੀ ਕੌਂਸਲ ਨੂੰ ਇੱਥੇ ਲਿਆ ਕੇ ਟਰਾਇਲ ਹੋਣਾ ਚਾਹੀਦਾ ਇਹਨਾਂ ਦਾ ਕਿ ਤੁਸੀਂ ਕੀ ਕੀਤਾ ਹੈ। ਜਿੱਥੇ ਦਾ ਪੁਰਾਣੀਆਂ ਜਗ੍ਹਾ ਆ ਉੱਥੇ ਤਾਂ ਕਾਰਾਂ ਖੜੀਆਂ ਕਰ ਸਕਦੇ ਤੁਸੀਂ ਸਟਰੀਟ ਦੇ ਉੱਤੇ। ਜਿੱਥੇ ਸਾਡੀਆਂ ਸਬ ਡਿਵੀਜ਼ਨਾਂ ਬਹੁਤ ਬਣਾਈਆਂ ਆ ਉੱਥੇ ਕਾਰ ਖੜੀ ਕਰਨ ਨੂੰ ਜਗ੍ਹਾ ਹੀ ਹੈ ਨਹੀਂ। ਕਈਆਂ ਥਾਂ ਤੇ ਮੈਂ ਬੰਦਿਆਂ ਨੂੰ ਜਾਣਦਾ, ਜੇ ਉਹਨਾਂ ਦੇ ਜਾਂਦੇ ਆ ਤੇ ਤਕਰੀਬਨ ਹਰੇਕ ਵਾਰ ਗਿਆ ਤੇ ਇੱਕ ਲੜਾਈ ਜ਼ਰੂਰ ਮੈਂ ਦੇਖੀ ਆ, ਉਹ ਸਿਰਫ ਤੇ ਸਿਰਫ ਕਾਰਾਂ ਪਾਰਕ ਕਰਨ ਨੂੰ। ਹਾਂਜੀ। ਉਹਨਾਂ ਦੇ ਘਰ ਦੇ ਮੂਹਰੇ ਉਹ ਸਮਝਦੇ ਕਿ ਮੇਰੇ ਘਰ ਦੇ ਮੂਹਰੇ ਖੜੀ ਕਰਨ ਲਈ ਇਹ ਮੇਰੀ ਜਗ੍ਹਾ ਹੈ ਤਾਂ ਉਹ ਸਿਟੀ ਦੀ ਜਗ੍ਹਾ। ਹਾਂਜੀ। ਪਰ ਉੱਥੇ ਕੋਈ ਕਾਰ ਖੜੀ ਜਾ ਜਾਂਦਾ। ਹੁਣ ਇੱਕ ਘਰ ਦੇ ਵਿੱਚ 2-2 ਬੇਸਮੈਂਟ, 3-3 ਬੇਸਮੈਂਟ, ਉੱਪਰ 4 ਬੰਦੇ ਰਹਿੰਦੇ ਆ, 5 ਬੰਦੇ ਰਹਿੰਦੇ, ਉਹਨਾਂ ਤੋਂ 5 ਕਾਰਾਂ ਹੈ ਜੀ। ਤੇ ਥੱਲੇ ਬੇਸਮੈਂਟ ਵਾਲੇ ਦੇ 4 ਬੰਦੇ ਰਹਿੰਦੇ, ਉਹਨਾਂ ਦੇ 4 ਕਾਰਾਂ। 4 ਕਾਰਾਂ ਉਹਨਾਂ ਦੀਆਂ। 9 ਕਾਰਾਂ ਇੱਕ ਘਰ ਦੇ ਵਿੱਚ ਕਿੱਥੋਂ ਖੜੀਆਂ ਕਰਨੀਆਂ। ਹਾਂਜੀ। ਅਨਲੈਸ ਵੀ ਸਾਰਾ ਘਰ ਕਾਰ ਪਾਰਕਿੰਗ ਹੀ ਬਣਾਇਆ ਤੁਸੀਂ। ਵੈਸੇ ਡਾਕਟਰ ਸਾਹਿਬ ਤੁਸੀਂ ਬਿਲਕੁਲ ਸਹੀ ਕਿਹਾ। ਤੁਸੀਂ ਜੇ ਸ਼ਾਮ ਨੂੰ ਦੇਖਦੇ ਹੋ ਜਾ ਕੇ ਕਾਰ ਪਾਰਕਿੰਗ ਨੂੰ ਲੈ ਕੇ ਨਾ ਆਰਗੂਮੈਂਟਸ, ਲੜਾਈਆਂ ਮੈਂ ਖੁਦ ਵੀ ਦੇਖੀਆਂ ਨੇ। ਇਹ ਇਸ ਕਰਕੇ ਜਿਹੜੀ ਸਿਟੀ ਦੀ ਪਲੈਨਿੰਗ ਸਰੀ ਦੇ ਵਿੱਚ ਹੋਈ ਆ, ਹਾਂਜੀ, ਇਹ ਇੰਨੀ ਘਟੀਆ ਦਰਜੇ ਦੀ ਪਲੈਨਿੰਗ ਆ ਨਾ, ਇੱਥੇ ਸਿਰਫ ਤੇ ਸਿਰਫ ਕੌਂਸਲ ਨੇ ਤਾਂ ਮੇਅਰ ਨੇ ਵੋਟਾਂ ਤੇ ਹੀ ਜ਼ੋਰ ਦਿੱਤਾ। ਇਹ ਗੱਲ ਨਹੀਂ ਸੋਚੀ ਕਿ ਜਿਸ ਜਗ੍ਹਾ ਤੇ ਅਸੀਂ ਬਣਾ ਰਹੇ ਹਾਂ, ਘਰ ਬਣਾ ਰਹੇ ਹਾਂ, ਉੱਥੇ ਕਮ ਸੇ ਕਮ ਜਗ੍ਹਾ ਹੋਣੀ ਚਾਹੀਦੀ ਹੈ ਜਿੱਥੇ ਲੋਕਾਂ ਦੇ ਕੋਲ ਜੇ ਗਰਾਜ ਦੇ ਵਿੱਚ ਨਹੀਂ ਖੜੀ ਕਰ ਸਕਦੇ ਤਾਂ ਸਟਰੀਟ ਤੇ ਖੜੀ ਕਰ ਲੈਣ ਕਾਰ। ਇਹ ਨਾ ਬਹੁਤ ਵੱਡੀ ਲੋਕਾਂ ਨੂੰ ਸਟ੍ਰੈਸ ਹੋ ਜਾਂਦੀ ਆ ਆਫਟਰ ਵਰਕ ਜਦੋਂ ਜਾਂਦੇ ਆ, ਜਦੋਂ ਉਹਨਾਂ ਨੂੰ ਪਤਾ ਹੁੰਦਾ ਵੀ ਉਹਨਾਂ ਦੀ ਜਗ੍ਹਾ ਤੇ ਕੋਈ ਹੋਰ ਕਾਰ ਲਾ ਜਾਵੇ ਸਟਰੀਟ ਤੇ। ਬੰਦਾ ਨਾ ਇੰਨਾ ਕਿ ਜ਼ਿਆਦਾ, ਇੱਕ ਤਾਂ ਵੈਸੇ ਥੱਕਿਆ ਹੁੰਦਾ ਕੰਮ ਕਰ ਕਰਕੇ ਦਿਨ 'ਚ, ਉੱਪਰ ਤੋਂ ਫਿਰ ਕਾਰ ਪਾਰਕ ਕਰਨ ਨੂੰ ਜਗ੍ਹਾ ਨਾ ਮਿਲੇ, ਉਹ ਆਲੇ ਦੁਆਲੇ ਚੱਕਰ ਕੱਟਦੇ ਰਹਿੰਦੇ ਆ, ਫਿਰ ਉਹਦੇ ਤੋਂ ਬਾਅਦ ਲੜਾਈਆਂ ਸ਼ੁਰੂ ਹੋ ਜਾਂਦੀਆਂ। ਮੈਂ ਦਿੱਲੀ ਦੇਖਿਆ, ਇੱਕ ਦਿੱਲੀ ਨੇ ਮਿਊਨਿਸਪੈਲਿਟੀ ਨੇ ਇੱਕ ਪਾਲਿਸੀ ਬਣਾਈ ਕਿ ਤੁਸੀਂ ਹੁਣ 4 ਮੰਜ਼ਿਲਾ ਘਰ ਬਣਾ ਸਕਦੇ ਹਾਂ ਜੀ। 4 ਮੰਜ਼ਿਲਾ ਘਰ ਦਾ ਮਤਲਬ ਹਰੇਕ ਮੰਜ਼ਿਲ ਤੇ ਇੱਕ ਫੈਮਿਲੀ ਰਹਿੰਦੀ ਆ। ਉਹਦੇ ਵਿੱਚ ਐਲਾਵੇਟਰ ਲਾਈ ਆ,
ਉਹਦੇ ਥੱਲੇ ਜਿਹੜੀ ਪਹਿਲੀ ਫਲੋਰ ਹੈ ਹਾਂਜੀ ਉਹ ਤੁਹਾਨੂੰ ਪਾਰਕਿੰਗ ਬਣਾਉਣੀ ਪੈਂਦੀ ਹੈ ਠੀਕ ਬਾਈ ਲਾਅ, ਤੇ ਉਹਦੇ ਵਿੱਚ ਪਾਰਕਿੰਗ ਬਣਾਈ ਹੈ ਥੱਲੇ, ਪਰ ਉਹ ਪਾਰਕਿੰਗ ਉਹਨਾਂ ਦੇ ਕੋਲ ਇੰਨੀ ਹੁੰਦੀ ਹੈ ਵੀ ਉਹ ਸਮਝਦੇ ਕਿ 4 ਬੰਦੇ 4 ਫੈਮਲੀਜ਼ ਰਹਿੰਦੇ, ਇਹਨਾਂ ਦੇ 4 ਕਾਰਾਂ ਹੋਣੀਆਂ। ਉਹਨਾਂ ਦੇ ਵੀ ਹੁਣ 4 ਫੈਮਲੀਆਂ ਦੇ ਕੋਲ ਮਤਲਬ 16 ਕਾਰਾਂ ਹੁੰਦੀਆਂ ਹਾਂਜੀ। ਫਿਰ ਉਹ ਜਿਹੜੀ ਘਰ ਦੇ ਮੋਹਰਲੇ ਪਾਸੇ ਜਗ੍ਹਾ ਆ ਖਾਲੀ ਪਈ, ਜਿਹੜੀ ਦਿੱਲੀ ਮਿਊਨਿਸਪੈਲਿਟੀ ਦੀ ਜਗ੍ਹਾ ਆ, ਫਿਰ ਉਹ ਛੱਡਣੀ ਨਹੀਂ ਚਾਹੁੰਦੇ। ਉੱਥੇ ਸਾਰੇ, ਮੈਂ ਕਿਸੇ ਦੇ ਰਹਿੰਦਾ ਸੀ ਘਰ 'ਚ, ਉਹਨਾਂ ਦਾ ਜਿਹੜੀ ਆਪਣੀ ਪਾਰਕਿੰਗ ਬਣਾਈ ਸੀ ਉੱਥੇ ਕੋਈ ਕਾਰ ਨਹੀਂ ਸੀ ਖੜੀ, ਕਾਰਾਂ ਜਿੰਨੀਆਂ ਖੜੀਆਂ ਕੀਤੀਆਂ ਸੀ ਉਹਨਾਂ ਨੇ ਸਟਰੀਟ ਤੇ ਖੜੀਆਂ ਕੀਤੀਆਂ ਸੀ। ਉਹ ਇਸ ਕਰਕੇ ਖੜੀਆਂ ਕੀਤੀਆਂ ਸੀ ਕਿ ਜੇ ਅਸੀਂ ਇੱਥੋਂ ਮੂਵ ਕਰ ਲਿਆ ਕਿਸੇ ਹੋਰ ਨੇ ਲਾ ਜਾਣੀ, ਜਿੱਦਾਂ ਸਰੀ 'ਚ ਹੁੰਦਾ ਹੁਣ ਇੱਥੇ। ਹਾਂਜੀ, ਤੁਸੀਂ ਕਾਰ ਇੱਕ ਜਗ੍ਹਾ ਤੇ ਕਰ ਲਈ ਤਾਂ ਉਹ ਦੂਜੀ ਕਾਰ ਫਿਰ ਮੁੰਡੇ ਨੂੰ ਆਪਣੇ ਨੂੰ ਕਹਿਣਗੇ ਮੈਂ ਇੱਥੋਂ ਚੱਲਿਆ, ਇਹ ਆਪਣੀ ਕਾਰ ਇੱਥੇ ਲਾ ਦੇ। ਹੁਣ ਇਹ ਵੀ ਬਹੁਤ ਵੱਡੀ ਪ੍ਰੋਬਲਮ ਹੈ, ਇੱਕ ਬੰਦਾ ਕਾਰ ਕੱਢ ਰਿਹਾ ਹੁੰਦਾ, ਦੂਜਾ ਵਿਚਾਰਾ ਵਕਤ ਦਾ ਮਾਰਾ ਉਹਨੂੰ ਪਹਿਲਾਂ ਹੀ ਲੈ ਕੇ ਆਉਣੀ ਪੈਂਦੀ ਹੈ ਕਿ ਜਿਹੜਾ ਸਪੌਟ ਆ ਉਹਨਾਂ ਲਈ ਉਹ ਰਿਜ਼ਰਵ ਹੀ ਰਹਿ ਜਾਵੇ। ਐਗਜ਼ੈਕਟਲੀ, ਤੁਸੀਂ ਕਾਰ ਇੱਕ ਜਗ੍ਹਾ ਤੇ ਖੜੀ ਕਰਨੀ ਹੈ ਤੇ ਉਹ ਸਪੌਟ ਤੁਹਾਡਾ ਹੀ ਆ, ਜੇ ਉੱਥੇ ਕੋਈ ਹੋਰ ਖੜੀ ਕਰ ਗਿਆ ਫਿਰ ਲੜਾਈ ਹੋਣੀ ਹੈ। ਹਾਂਜੀ, ਤੇ ਇਹ ਇਲੈਕਟ੍ਰਿਕ ਕਾਰਾਂ ਨੇ ਇਹ ਸੋਲੂਸ਼ਨ ਕੋਈ ਨਹੀਂ ਦੇਣਾ, ਇਹ ਪ੍ਰੋਬਲਮ ਤਾਂ ਉੱਥੇ ਹੀ ਰਹਿਣੀ ਆ। ਉਹ ਪ੍ਰਣਾਲਾ ਉੱਥੇ ਦਾ ਉੱਥੇ ਹੀ ਆ। ਪੰਚਾਂ ਦਾ ਕਿਹਾ ਸਿਰ ਮੱਥੇ, ਪੰਚਾਂ ਇਹਨਾਂ ਨੇ ਕਹਿਤਾ এনवायरमेंट ਲਈ ਅਸੀਂ ਆਹ ਕਰ ਦਿਆਂਗੇ, ਅਸੀਂ ਉਹ ਕਰ ਦੇਵਾਂਗੇ। ਜਿੰਨਾ ਚਿਰ ਤੁਸੀਂ ਪਬਲਿਕ ਟਰਾਂਸਪੋਰਟ ਸਿਸਟਮ ਵਾਇਬਲ ਨਹੀਂ ਬਣਾਉਂਦੇ ਨਾ, ਉਹਨਾਂ ਚਿਰ ਇਹ ਗ੍ਰਿਡ ਲੌਕਸ ਇਦਾਂ ਹੀ ਰਹਿਣੇ ਆ, ਔਰ ਖਾਸ ਤੌਰ ਤੇ ਸਰੀ ਦੇ ਵਿੱਚ ਲੜਾਈਆਂ ਹੁੰਦੀਆਂ ਹੀ ਰਹਿਣੀਆਂ। ਹਾਂਜੀ, ਬਿਲਕੁਲ ਸਹੀ ਕਿਹਾ ਤੁਸੀਂ। ਪਬਲਿਕ ਟਰਾਂਸਪੋਰਟ ਵੈਸੇ ਵੀ ਸਭ ਨੂੰ ਵਰਤੋਂ ਕਰਨੀ ਚਾਹੀਦੀ ਹੈ ਪਬਲਿਕ ਟਰਾਂਸਪੋਰਟ ਦੀ। ਇਹਦੇ ਨਾਲ ਕਈ ਸਾਰੇ ਫਾਇਦੇ ਹੋ ਜਾਂਦੇ ਨੇ। ਇੱਕ ਤਾਂ ਦੇਖੋ ਟ੍ਰੈਫਿਕ ਤੋਂ ਬੰਦਾ ਬਚ ਜਾਂਦਾ, ਜਿਹੜੇ ਇੰਨੇ ਜ਼ਿਆਦਾ ਜਾਮ ਲੱਗ ਜਾਂਦੇ ਆ, ਤੁਸੀਂ ਰਿਲੈਕਸ ਹੋ ਕੇ ਬਹਿ ਜਾਂਦੇ ਹੋ, ਤੁਸੀਂ ਕੁਝ ਰੀਡ ਕਰਨਾ ਤੁਸੀਂ ਉਹ ਵੀ ਕਰ ਸਕਦੇ ਹੋ ਉਸ ਸਮੇਂ 'ਚ, ਥੋੜਾ ਤੁਹਾਡਾ ਜਿਹੜਾ ਮਾਈਂਡ ਹੈਗਾ ਰਿਲੈਕਸ ਹੋ ਸਕਦਾ। ਤੇ ਦੂਸਰੀ ਗੱਲ ਹੈਗੀ ਹੈ ਰੋਡ ਦੇ ਉੱਪਰ ਜਿਹੜਾ ਟ੍ਰੈਫਿਕ ਆ ਉਹ ਤਾਂ ਆਬਵੀਅਸਲੀ ਫਿਰ ਘਟੂਗਾ ਹੀ। ਹੁਣ ਜੇ ਸਾਰੇ ਜਾਣੇ ਉੱਥੇ ਜਾਣਗੇ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰਨਗੇ ਜ਼ਿਆਦਾਤਰ ਜਿਹੜੇ ਲੋਕ ਆ। ਡਾਕਟਰ ਸਾਹਿਬ, ਹੁਣ ਆਪਾਂ ਰੁਕ ਕਰਦੇ ਹਾਂ ਅਗਲੀ ਖਬਰ ਵੱਲ। ਗੱਲ ਕਰਦੇ ਹਾਂ ਸ਼੍ਰੀਲੰਕਾ ਦੀ। ਸ਼੍ਰੀਲੰਕਾ ਦੇ ਵਿੱਚ ਜਿਹੜਾ ਆਰਥਿਕ ਸੰਕਟ ਆ ਇਹ ਇੰਨਾ ਜ਼ਿਆਦਾ ਵੱਧ ਚੁੱਕਿਆ ਕਿ ਆਪਾਂ ਪਹਿਲਾਂ ਦੱਸਿਆ ਸੀ ਕੱਲ, ਜਿੱਦਾਂ ਸਾਰੀ ਕੈਬਨਿਟ ਨੇ ਅਸਤੀਫਾ ਦੇ ਦਿੱਤਾ ਸੀ। ਹੁਣ ਦੇਖੋ ਜਿਹੜਾ ਵਿੱਤ ਮੰਤਰੀ ਸੀ ਨਿਯੁਕਤੀ ਤੋਂ ਇੱਕ ਦਿਨ ਬਾਅਦ ਉਹ ਵੀ ਅਸਤੀਫਾ ਦੇ ਗਿਆ ਤੇ ਆਪੋਜੀਸ਼ਨ ਡਿਮਾਂਡ ਕਰ ਰਹੀ ਹੈ ਕਿ ਪ੍ਰੈਜ਼ੀਡੈਂਟ ਰਿਜ਼ਾਈਨ ਕਰੇ ਹੁਣ। ਅੱਛਾ, ਇਹ ਵੀ ਸੋਲੂਸ਼ਨ ਨਹੀਂ ਹੈ ਵੈਸੇ। ਇਹ ਠੀਕ ਹੈ, ਸਿਆਸਤਦਾਨ ਇਦਾਂ ਹੀ ਕਹਿੰਦੇ ਹੁੰਦੇ ਕਿ ਮੰਤਰੀ ਰਿਜ਼ਾਈਨ ਕਰ ਦੇਵੇ, ਆਹ ਕਰ ਦੇਵੇ। ਉਹ ਰਿਜ਼ਾਈਨ ਕਰੇ ਤੇ ਫਿਰ ਇਕਨੋਮਿਕ ਸੋਲੂਸ਼ਨ ਤਾਂ ਹੈ ਹੀ ਨਹੀਂ ਕੁਛ। ਹਾਂਜੀ, IMF ਤੋਂ ਮਿਹਨਤਾਂ ਕਰ ਰਿਹਾ ਕਿ ਸਾਡੇ ਤੋਂ ਪੇਮੈਂਟਸ ਨਹੀਂ ਦੇ ਹੁੰਦੀਆਂ। ਹਾਂਜੀ, ਮੈਂ ਉਹਨਾਂ ਦੀਆਂ ਵੈਬਸਾਈਟਸ ਦੇਖਦਾ ਸੀ ਸ੍ਰੀਲੰਕਾ ਦੀ ਗਵਰਨਮੈਂਟ ਦੀਆਂ। ਇੱਕ ਜਗ੍ਹਾ ਤੇ ਲਿਖਿਆ ਹੈ 35 ਬਿਲੀਅਨ ਹੈ ਸਾਡੇ ਸਿਰ, ਇੱਕ ਤੇ ਲਿਖਿਆ ਹੈ 51 ਬਿਲੀਅਨ ਹੈ। ਇੱਕ ਸਰਕਾਰ ਨੂੰ ਇਹ ਨਹੀਂ ਪਤਾ ਵੀ ਸਾਡੇ ਸਿਰ ਕਰਜ਼ਾ ਕਿੰਨਾ ਹੈ। ਦੋਨੇ ਜਗ੍ਹਾ ਤੇ ਅਲੱਗ-ਅਲੱਗ ਵੈਬਸਾਈਟ ਤੇ ਅਲੱਗ-ਅਲੱਗ ਫਿਗਰਸ ਦਿੱਤੀਆਂ ਹੈ ਉਹਨਾਂ ਨੇ। ਇੰਨਾ ਜ਼ਰੂਰ ਸਾਰੀਆਂ ਕਹੀ ਜਾਂਦੀਆਂ ਕਿ ਅਸੀਂ 400 ਮਿਲੀਅਨ ਸਿਰਫ ਵਿਆਜ ਦਾ ਦਿੰਦੇ ਹਾਂ। ਹਾਂਜੀ, ਉਹ $1 ਬਿਲੀਅਨ ਤਾਂ ਹੁਣੇ ਹੀ ਲੈ ਕੇ ਹਟਿਆ ਇੰਡੀਆ ਤੋਂ। 2.5 ਬਿਲੀਅਨ ਇਹਨਾਂ ਨੂੰ ਚਾਈਨਾ ਨੇ ਦਿੱਤਾ ਹੈ। ਅਜੇ ਵੀ ਉਹਨਾਂ ਤੋਂ ਪੈਸੇ ਜਿਹੜੀਆਂ ਇੰਪੋਰਟ ਚੀਜ਼ਾਂ ਕਰਦੇ ਆ। ਇੱਕ ਦਿਨ ਉਹਨਾਂ ਦੇ ਕੋਲ 31 ਮਾਰਚ ਨੂੰ ਬਿਲਕੁਲ ਡੀਜ਼ਲ ਖਤਮ ਹੋ ਗਿਆ ਸੀ। ਅੱਜ ਕੱਲ ਦੀ ਖਬਰ ਹੈ ਕਿ ਇੰਡੀਆ ਵਾਲਿਆਂ ਨੇ ਡੀਜ਼ਲ ਭੇਜਿਆ ਉਹਨਾਂ ਨੂੰ। ਹੁਣ ਡੀਜ਼ਲ ਤੇ ਬੱਸਾਂ ਚੱਲਦੀਆਂ ਨੇ, ਗੱਡੀਆਂ ਚੱਲਦੀਆਂ ਨੇ, ਸਾਰੀ ਪਬਲਿਕ ਟਰਾਂਸਪੋਰਟ ਜਿਹੜੀ ਉਹਨਾਂ ਦੀ ਖੜ ਗਈ ਉੱਥੇ। ਹਾਂਜੀ, ਆਪਣੇ ਜਿੰਨੇ ਕੰਮ ਕਰਦੇ ਆ ਸਿਵਲ ਸਰਵੈਂਟਸ, ਉਹਨਾਂ ਨੂੰ ਇਹਨਾਂ ਨੇ ਕਿਹਾ ਕਿ ਤੁਸੀਂ ਘਰੋਂ ਕੰਮ ਕਰੋ, ਤੁਸੀਂ ਆਓ ਨਾ, ਤੁਸੀਂ ਆਪਣੀਆਂ ਕਾਰਾਂ ਯੂਜ਼ ਕਰੋਗੇ ਤਾਂ ਪੈਟਰੋਲ ਦੀ ਖਪਤ ਹੋਊਗੀ। ਪੈਟਰੋਲ ਸਾਡੇ ਕੋਲ ਹੈ ਨਹੀਂ ਗਾ। ਹਾਂਜੀ, ਹੁਣ ਐਮਰਜੈਂਸੀ ਲਈ ਆ, ਐਮਰਜੈਂਸੀ ਵਿੱਚ ਸਾਰੀ ਕੈਬਨਿਟ ਰਿਜ਼ਾਈਨ ਕਰ ਗਈ ਆ ਜੀ। ਰਾਜਾ ਪਸਕੇ ਕਹਿ ਰਿਹਾ ਮੈਂ ਰਿਜ਼ਾਈਨ ਨਹੀਂ ਕਰਨਾ, ਤੁਸੀਂ ਬਾਕੀ ਦੀਆਂ ਪਾਰਟੀਆਂ ਦੇ ਨਾਲ ਨੈਸ਼ਨਲ ਯੂਨਿਟੀ ਦੀ ਗਵਰਨਮੈਂਟ ਬਣਾ ਦਿੰਦੇ ਆ। ਮਤਲਬ ਉਹ ਜਿਹੜੇ ਸੰਕਟ ਉਹਨਾਂ ਨੇ ਆਪ ਪੈਦਾ ਕੀਤੇ ਨਾ, ਉਹ ਸਾਰਿਆਂ ਦੇ ਸਿਰ ਮੜਨ ਦੇ ਵਿੱਚ ਤਿਆਰ ਆ ਜੀ। ਤੇ ਆਪੋਜੀਸ਼ਨ ਦੀ ਡਿਮਾਂਡ ਹੈ ਵੀ ਤੁਸੀਂ ਇਲੈਕਸ਼ਨ ਕਰਾਓ, ਕਿਉਂਕਿ ਉਹਨਾਂ ਨੂੰ ਇਹ ਆ ਵੀ ਅਸੀਂ ਹੁਣ ਜਿੱਤ ਜਾਈਏ ਜੀ। ਸੋਲੂਸ਼ਨ ਉਹਨਾਂ ਦਾ ਅਜੇ ਤਾਈਂ ਕੋਈ ਨਹੀਂ ਲੱਗਦਾ। ਕ੍ਰਾਈਸਿਸ ਜਿਹੜੇ ਆ ਉਹ ਵਧੀ ਜਾ ਰਹੇ। ਹਾਂਜੀ, ਪਰ ਇੱਕ ਦਿਨ ਨੂੰ ਜਾਂ ਮਿਲਟਰੀ ਦਾ ਰਾਜ ਪਲਟਾ ਹੋਏਗਾ। ਹਾਂਜੀ, ਤੇ ਜਾਂ ਉਹਨਾਂ ਦੀ ਇਲੈਕਸ਼ਨ ਕਰਾਉਣੀ ਪਊਗੀ, ਕਿਉਂਕਿ ਐਮਰਜੈਂਸੀ ਲਾ ਕੇ ਤਾਂ ਸਦਾ ਬੈਠ ਨਹੀਂ ਸਕਦੇ।
ਜੀ ਬਿਲਕੁਲ, ਹਾਲਾਤ ਤਾਂ ਕਾਫੀ ਜ਼ਿਆਦਾ ਖਰਾਬ ਆ ਉੱਥੇ। ਜਦੋਂ ਆਪਾਂ ਵੀਡੀਓਜ਼ ਵੀ ਦੇਖਦੇ ਹਾਂ, ਲੋਕਾਂ ਨੂੰ ਆਪਾਂ ਦੇਖਦੇ ਹਾਂ ਵੀ ਉਹਨਾਂ ਨੇ ਕਿੰਨੇ ਸਾਰੇ ਪ੍ਰੋਟੈਸਟ ਵੀ ਕੀਤੇ, ਤਾਂ ਹੀ ਤਾਂ ਇਹਨਾਂ ਨੂੰ ਐਮਰਜੈਂਸੀ ਲਾਉਣੀ ਪਈ ਸੀ ਜੀ। ਪਰ ਹਾਲਾਤ ਜਿਹੜੇ ਹੈਗੇ ਦਿਨੋਂ ਦਿਨ ਖਰਾਬ ਹੀ ਹੋ ਰਹੇ ਆ, ਉਹਨਾਂ ਵਿੱਚ ਕੁਝ ਸੁਧਾਰ ਤਾਂ ਨਹੀਂ ਹੋ ਰਿਹਾ ਹੈਗਾ। ਵਾਲ ਸਟਰੀਟ ਜਰਨਲ ਨੇ ਇੱਕ ਅਹਿਮ ਖੁਲਾਸਾ ਕੀਤਾ, ਬਹੁਤ ਵੱਡਾ ਖੁਲਾਸਾ ਕੀਤਾ। ਉਹਨਾਂ ਦੀ ਇੱਕ ਰਿਪੋਰਟ 'ਚ ਦੱਸਿਆ ਗਿਆ ਕਿ ਜਿਹੜੇ ਜਰਮਨ ਚਾਂਸਲਰ ਹੈਗੇ ਆ ਓਲਾਫ ਸਕੋਲਜ਼, ਉਹਨਾਂ ਨੇ ਰੂਸੀ ਫੌਜ ਹਮਲੇ ਦੀ ਸ਼ੁਰੂਆਤ ਤੋਂ ਕੁਝ ਕੁ ਦਿਨ ਪਹਿਲਾਂ ਵਲਾਦੀਮੀਰ ਜ਼ੇਲੈਂਸਕੀ ਨੂੰ ਸ਼ਾਂਤੀ ਦਾ ਮੌਕਾ ਦਿੱਤਾ ਸੀ, ਪਰ ਯੂਕਰੇਨ ਦੇ ਰਾਸ਼ਟਰਪਤੀ ਨੇ ਇਸ ਨੂੰ ਠੁਕਰਾ ਦਿੱਤਾ। ਦੇਖੋ, ਇੱਥੇ ਜਿਹੜਾ ਪ੍ਰਚਾਰ ਤਾਂ ਹੋ ਰਿਹਾ ਧੂਆਂ ਧਾਰ ਕੇ ਪਿਊਟਨ ਪਾਗਲ ਹੋ ਗਿਆ, ਉਹ ਮਾਰੀ ਜਾਂਦਾ ਹੈ, ਉਹਨਾਂ ਦੀ ਇੱਕੋ ਹੀ ਡਿਮਾਂਡ ਸੀ ਕਿ ਜਿਹੜੀ ਹਰ ਇੱਕ ਮੇਜਰ ਪਾਵਰ ਦੀ ਹੁੰਦੀ ਹੈ ਕਿ ਸਾਡੇ ਗੁਆਂਢ ਦੇ ਵਿੱਚ ਸਾਡੇ ਨਾਲ ਤੁਹਾਡਾ ਬਾਰਡਰ ਲੱਗਦਾ ਹੈ, ਤੁਸੀਂ ਨੇਟੋ ਦੇ ਮੈਂਬਰ ਨਾ ਬਣੋ, ਹਾਂਜੀ, ਨਿਊਟਰਲ ਰਹੋ, ਨਾ ਉਧਰ ਨਾ ਉਧਰ। ਇਹ ਗੱਲ ਉਹਨਾਂ ਨੇ ਕਾਫੀ ਦੇਰ ਦੇ ਕਹਿੰਦੇ ਸੀ ਉਹਨਾਂ ਨੂੰ, ਤੇ ਹੁਣ ਖੁਲਾਸਾ ਕੀਤਾ। ਉਹਨਾਂ ਨੇ ਦੱਸਿਆ ਕਿ ਯੂਕਰੇਨ ਦੇ ਪ੍ਰੈਜ਼ੀਡੈਂਟ ਨੂੰ ਆਖਰੀ ਆਫਰ ਇਹ ਕੀਤੀ ਸੀ ਫਿਰ ਵੀ ਤੁਸੀਂ ਜਿਹੜੀ ਨੇਟੋ ਦੀ ਐਪਲੀਕੇਸ਼ਨ ਹੈ ਉਹ ਲੈ ਲਓ ਵਾਪਸ ਤੇ ਨਿਊਟਰੈਲਿਟੀ ਡਿਕਲੇਅਰ ਕਰ ਦਿਓ। ਅੱਛਾ, 40 ਲੱਖ ਤੋਂ ਵੱਧ ਲੋਕ ਤਾਂ ਰਿਫਿਊਜੀ ਬਣ ਗਏ, ਹਾਂਜੀ, ਫਿਰ ਹਜ਼ਾਰਾਂ ਹੀ ਲੋਕ ਮਰਾ ਲਏ ਉਸ ਬੰਦੇ ਨੇ ਜੀ। ਹੁਣ ਉਹ ਕਹਿ ਰਿਹਾ ਕਿ ਮੈਂ ਨਿਊਟਰਲ ਬਣਨ ਲਈ ਤਿਆਰ ਹਾਂ, ਮੈਂ ਨੇਟੋ ਛੱਡਣ ਲਈ ਤਿਆਰ ਹਾਂ। ਇੰਨਾ ਜ਼ਿਆਦਾ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਾਅਦ ਉਸ ਬੰਦੇ ਨੂੰ ਟਰਾਈ ਕੀਤਾ ਜਾਣਾ ਚਾਹੀਦਾ ਨਾ ਕ੍ਰਿਮੀਨਲ ਕੋਰਟ ਦੇ ਵਿੱਚ। ਹਾਂਜੀ ਬਿਲਕੁਲ। ਤਾਂ ਉਹਨੂੰ ਮਤਲਬ ਇੱਕ ਵਧੀਆ ਸਿਟੀਜ਼ਨ ਦੇ ਤੌਰ ਤੇ ਕਦੇ ਕੈਨੇਡਾ ਲੈ ਪਾਰਲੀਮੈਂਟ 'ਚ ਬੋਲ ਕੇ ਜਾਂਦਾ, ਮਤਲਬ ਜ਼ੂਮ ਮੀਟਿੰਗਸ ਹੋ ਰਹੀਆਂ, ਵੀਡੀਓ ਕਾਨਫਰੰਸਿੰਗ ਦੇ ਥਰੂ, ਤੇ ਉਹਦੇ ਤੇ ਮੰਗ ਤਾਂ ਹੋਣੀ ਚਾਹੀਦੀ ਹੈ ਕਿ ਇਸ ਬੰਦੇ ਨੂੰ ਟਰਾਈ ਕੀਤਾ ਜਾਵੇ। ਇੱਕ ਬੰਦੇ ਦੀ ਮੂਰਖਤਾ ਨੇ ਇੱਕ ਨੇਸ਼ਨ ਨੂੰ, ਇੱਕ ਸਾਰੀ ਕੌਮ ਨੂੰ ਭੜਥੂ ਪਾ ਕੇ ਰੱਖ ਦਿੱਤਾ। ਹਾਂਜੀ, ਉਹਨਾਂ ਦੀ ਸਾਰੀ ਇੰਡਸਟਰੀ ਤਬਾਹ ਹੋਈ ਹੈ, ਲੋਕੀ ਮਰ ਰਹੇ ਆ ਧੜਾ ਧੜ ਜੀ, ਇੱਕ ਸਾਰੀ ਦੁਨੀਆ ਨੂੰ ਆਫਤ ਪਈ ਹੈ। ਜਿਹੜੀ ਗੱਲ ਉਹ ਅੱਜ ਮੰਨਦਾ ਆ ਉਹ ਲੜਾਈ ਹੋਣ ਤੋਂ ਪਹਿਲਾਂ ਹੀ ਜੀ, ਜਿਸ ਤਰ੍ਹਾਂ ਵਾਲ ਸਟਰੀਟ ਜਰਨਲ ਦੇ ਵਿੱਚ ਮੈਂਸ਼ਨ ਕੀਤਾ ਗਿਆ ਕਿ ਉਹਨਾਂ ਨੂੰ ਦੇਖੋ ਕਿਹਾ ਗਿਆ ਸੀ, ਉਹ ਵੀ ਜਰਮਨ ਵਾਲੇ ਦੱਸ ਰਹੇ ਸਾਨੂੰ ਜੀ, ਜਰਮਨ ਚਾਂਸਲਰ ਜਿਹੜੇ ਨੇਟੋ ਦੇ ਮੈਂਬਰ ਆ ਜੀ ਜੀ, ਉਹਨਾਂ ਨੇ ਇਹ ਦੱਸਿਆ ਵੀ ਜੇ ਇਹ ਗੱਲ ਮੰਨ ਜਾਂਦੇ ਤਾਂ ਲੜਾਈ ਨਹੀਂ ਸੀ ਹੋਣੀ ਜੀ। ਬਿਲਕੁਲ, ਇਹ ਗੱਲ ਦੇਖਿਓ, ਇੱਥੇ ਦਾ ਮੀਡੀਆ ਨਹੀਂ ਦੱਸੂਗਾ, ਇੱਥੇ ਸਾਨੂੰ ਪਾਰਲੀਮੈਂਟ ਨਹੀਂ ਦੱਸੂਗੀ, ਵਾਲ ਸਟਰੀਟ ਨੇ ਉੱਥੇ ਅਮਰੀਕਾ ਦੇ ਨਿਊਜ਼ਪੇਪਰ ਨੇ ਇਹ ਗੱਲ ਦੇ ਦਿੱਤੀ ਆ। ਉੱਥੇ ਵਾਕਈ ਰਿਪਬਲਿਕਨ ਪਾਰਟੀ ਵਾਲੇ ਵੀ ਵੱਖ-ਵੱਖ ਸਮੇਂ ਤੇ ਕਹਿੰਦੇ ਰਹਿੰਦੇ ਕਿ ਯੂਕਰੇਨ ਦਾ ਵੀ ਕੋਈ ਕਸੂਰ ਹੈਗਾ। ਸਾਡੇ ਇੱਥੇ ਕੈਨੇਡਾ ਦੇ ਵਿੱਚ ਸਾਰੀਆਂ ਪਾਰਟੀਆਂ ਇਹ ਰਲੀਆਂ ਹੈ ਕਿ ਯੂਕਰੇਨ ਦਾ ਕੋਈ ਕਸੂਰ ਨਹੀਂ ਹੈ, ਸਿਰਫ ਤੇ ਸਿਰਫ ਰਸ਼ੀਆ ਦਾ ਕਸੂਰ ਹੈ। ਹਾਂਜੀ, ਠੀਕ ਹੈ, ਉਹ ਲੱਗਦਾ ਕਿ ਰਸ਼ੀਆ ਵਾਲੇ ਵੱਡੇ ਆ, ਪਰ ਜੇ ਲੜਾਈ ਪਹਿਲਾਂ ਹੀ ਤੁਸੀਂ ਹਟਾ ਸਕਦੇ ਸੀ, ਹੁਣ ਉਹੀ ਗੱਲਾਂ ਮੰਨ ਰਹੇ ਆ। ਹੁਣ ਉਹਨੇ ਪਿਊਟਨ ਨੇ 2 ਹੋਰ ਜੋੜ ਦਿੱਤੀਆਂ ਨਾਲ, ਹਾਂਜੀ, ਕਿ ਰਸ਼ੀਅਨ ਸਪੀਕਿੰਗ ਏਰੀਆਜ਼ ਜਿਹੜੇ ਆ ਤੇ ਨਾਲ ਕ੍ਰਾਈਮੀਆ ਉਹ ਵੀ ਛੱਡੋ ਸਦਾ ਲਈ ਜੀ, ਇਹ ਡਿਕਲੇਅਰ ਕਰੋ। ਕ੍ਰਾਈਮੀਆ ਤਾਂ ਵੈਸੇ ਚਲਾ ਗਿਆ ਉਹਨੂੰ ਤੋਂ, ਜਿਹੜੀਆਂ 2 ਰਿਪਬਲਿਕਸ ਡਨਵਸ ਰੀਜਨ ਦੇ ਵਿੱਚ ਉਹਨਾਂ ਨੂੰ ਉਹਨਾਂ ਨੇ ਹੁਣ ਮੰਗ ਕੀਤੀ ਹੈ ਕਿ ਇਹਨਾਂ ਨੂੰ ਵੀ ਸਾਡਾ ਹਿੱਸਾ ਬਣਾਓ, ਜਿਹੜੀਆਂ ਕਿ ਉਹ ਮੰਗਾਂ ਪਹਿਲਾਂ ਨਹੀਂ ਸੀ। ਹੁਣ ਸਗਾ ਤੇ ਇਹਨਾਂ ਨੇ 100 ਛਿੱਤਰ ਵੀ ਖਾਣਾ ਤੇ 100 ਗੰਡਾ ਵੀ ਖਾਣਾ ਤੇ 100 ਰੁਪਈਆ ਵੀ ਦੇਣਾ ਜੀ, ਲੋਕੀ ਇੰਨੇ ਮਰਵਾ ਕੇ ਜੀ। ਬਿਲਕੁਲ ਬਿਲਕੁਲ, ਬਿਕਾਜ਼ ਦੇਖੋ ਹੁਣ ਇੰਨੀ ਵਾਰੀ ਉਹਨਾਂ ਨੂੰ ਪਹਿਲਾਂ ਆਪਾਂ ਖਬਰਾਂ ਦੇ ਵਿੱਚ ਡਿਸਕਸ ਕੀਤਾ ਵੀ ਜਦੋਂ ਰਸ਼ੀਆ ਨੇ ਉਹਨਾਂ ਨੂੰ ਕਿਹਾ ਸੀ ਨੈਟੋ ਮੈਂਬਰਸ਼ਿਪ ਉਹ ਤਿਆਗ ਦੇਣ, ਨਾ ਜਾਣ ਉੱਧਰ, ਉਹਨਾਂ ਨੇ ਸੁਣਿਆ ਨਹੀਂ। ਪਰ ਉਸ ਤੋਂ ਬਾਅਦ ਜ਼ੇਲੈਂਸਕੀ ਨੇ ਦੇਖ ਲਓ ਤੁਸੀਂ ਕਿੰਨਾ ਰੌਲਾ ਪਾਇਆ ਕਿ ਠੀਕ ਹੈ ਮੇਰੀ ਗੱਲਬਾਤ ਕਰਾਓ, ਮੈਂ ਗੱਲਬਾਤ ਕਰਨੀ ਚਾਹੁੰਦਾ, ਮੈਂ ਸ਼ਾਂਤੀ ਚਾਹੁੰਦਾ, ਮੈਂ ਅਮਨ ਸ਼ਾਂਤੀ ਚਾਹੁੰਦਾ। ਪਰ ਇੰਨੇ ਜ਼ਿਆਦਾ ਨੁਕਸਾਨ ਤੋਂ ਬਾਅਦ ਹੁਣ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਸਮਝ ਲੱਗ ਰਹੀਆਂ ਨੇ, ਆਈ ਥਿੰਕ ਉਹਨਾਂ ਨੇ ਪਹਿਲਾਂ ਇਹਨਾਂ ਬਾਰੇ ਸੋਚਿਆ ਨਹੀਂ ਵੀ ਇਹਦਾ ਰਿਜ਼ਲਟ ਕੀ ਹੋ ਸਕਦਾ। ਪਹਿਲਾਂ ਉਹਨਾਂ ਨੇ ਇਹ ਸੋਚਿਆ ਸੀ ਕਿ ਨੇਟੋ ਵਾਲਿਆਂ ਨੇ ਮੇਰੀ ਮਦਦ ਤੇ ਆ ਜਾਣਾ। ਉਹਨਾਂ ਨੂੰ ਇਹ ਸੀ ਕਿ ਵੈਸਟ ਤਾਂ ਮੇਰੀ ਬੈਕ ਤੇ ਖੜਾ, ਜੇ ਲੜਾਈ ਲੱਗ ਵੀ ਜਾਂਦੀ ਹੈ ਤੇ ਆਉਣਗੇ। ਉਸ ਤੋਂ ਬਾਅਦ ਦੇਖ ਲਓ ਫਿਰ ਉਹਨਾਂ ਦੇ ਬਾਕੀ ਜਿਹੜੇ ਸਾਰੇ ਬਿਆਨ ਆਉਂਦੇ ਰਹੇ ਕਿ ਵੈਸਟ ਵਾਲਿਆਂ 'ਚ ਤਾਂ ਜਾਨ ਹੀ ਨਹੀਂ, ਉਹਨਾਂ 'ਚ ਤਾਂ ਹਿੰਮਤ ਨਹੀਂ ਹੈਗੀ। ਕਈ ਵਾਰੀ ਤੁਹਾਡੇ ਘਰੋਂ ਕਿਸੇ ਨੇ ਮੁੰਡਾ ਖਰਾਬ ਕਰਨਾ ਹੋਵੇ, ਆਲੇ ਦੁਆਲੇ ਆਏ ਤੁਹਾਡੇ ਦੁਸ਼ਮਣ ਉਹਨੂੰ ਕਹਿਣਗੇ ਤੂੰ ਪਿਓ ਨੂੰ ਗਾਲਾਂ ਕੱਢ, ਤੂੰ ਆਹ ਕਰ। ਜਦੋਂ ਉਹ ਬਾਹਰ ਨਿਕਲ ਜਾਂਦਾ ਫਿਰ ਉਹਨੂੰ ਕੋਈ ਨਹੀਂ ਪੁੱਛਦਾ ਜੀ, ਬਿਲਕੁਲ ਕੋਈ ਨਹੀਂ ਰੱਖਦਾ ਘਰ ਆਪਣੇ ਜੀ। ਏਦਾਂ ਹੀ ਜ਼ੇਲੈਂਸਕੀ ਦੇ ਨਾਲ ਹੋਈ ਹੈ।
ਜਦੋਂ ਹੁਣ ਲੜਾਈ ਸ਼ੁਰੂ ਹੋ ਗਈ ਹੈ, ਉਹੀ ਨੇਟੋ ਜੇ ਤੇ ਆਸਰੇ ਲਾਈ ਬੈਠਾ ਸੀ, ਉਹ ਚੁੱਪ ਕਰਕੇ ਸਾਰੇ ਟ੍ਰੇਡ ਵੀ ਕਰੀ ਜਾਂਦੇ ਆ, ਜੋ ਜੋ ਚੀਜ਼ਾਂ ਇਹਨਾਂ ਨੂੰ ਚਾਹੀਦੀਆਂ ਹੁੰਦੀਆਂ ਉਹ ਲਈ ਵੀ ਜਾਂਦੇ ਆ ਤੇ ਬੋਲੀ ਵੀ ਜਾਂਦੇ ਉਹਦੇ ਹੱਕ 'ਚ। ਹਾਂਜੀ, ਦੋਨੇ ਚੀਜ਼ਾਂ ਚੱਲਦੀਆਂ ਤੇ ਉਹਦੇ ਵਿੱਚ ਕੋਈ ਅੰਤਰ ਨਹੀਂ ਹੈ। ਨੇਟੋ ਦੀ ਅੱਗੇ ਗੱਲ ਮਸ਼ਹੂਰ ਹੈ ਕਿ ਨੋ ਐਕਸ਼ਨ ਟਾਕ ਓਨਲੀ। ਜੀ ਬਿਲਕੁਲ ਡਾਕਟਰ ਸਾਹਿਬ, ਹੁਣ ਆਪਾਂ ਰੁੱਖ ਕਰਦੇ ਅਗਲੀ ਖਬਰ ਵੱਲ। ਯੂਰਪੀਅਨ ਯੂਨੀਅਨ ਨੇ ਰਿਪਲੇਸਮੈਂਟ ਫਿਊਲ ਪਲਾਨ ਤੋਂ ਬਿਨਾਂ ਹੀ ਰਸ਼ੀਆ ਤੇ ਜਿਹੜੇ ਸੈਂਕਸ਼ਨਸ ਲਾਏ ਆ, ਉਹਨਾਂ ਨੇ ਆਪਣੇ ਪੈਰਾਂ ਤੇ ਕਹਾੜਾ ਹੀ ਮਾਰ ਲਿਆ। ਇੱਕ ਬ੍ਰਿਟਿਸ਼ ਡਿਪਲੋਮੈਟ ਨੇ ਇਹ ਗੱਲ ਕਹੀ ਆ। ਹੁਣ ਉਹਨਾਂ ਨੇ ਜਿਹੜੇ ਖਾਸ ਤੌਰ ਤੇ ਅਫੀਸ਼ੀਅਲਸ ਆ, ਪਹਿਲਾਂ ਇੱਕ ਜਨਰਲ ਨੇ ਗੱਲ ਕਹੀ ਸੀ ਜੀ, ਉਹ ਸਾਰੇ ਰੀਅਲਾਈਜ਼ ਕਰਦੇ ਆ ਕਿ ਇੱਕਦਮ ਜਿਹੜੇ ਡਿਪੈਂਡੈਂਟ ਆ ਦੇਸ਼ ਆਇਲ ਤੇ ਗੈਸ ਤੇ ਰਸ਼ੀਆ ਤੇ, ਉਹ ਇੱਕ ਓਵਰਨਾਈਟ ਤਾਂ ਚੇਂਜ ਨਹੀਂ ਕਰ ਸਕਦੇ। ਅਮਰੀਕਾ ਵਾਲੇ ਉਹਨਾਂ ਨੂੰ ਕਹਿ ਰਹੇ ਸੀ ਕਿ ਤੁਸੀਂ ਗੈਸ ਦੇ ਬਦਲੇ ਕੋਈ ਤੁਸੀਂ ਇਹਦਾ ਆਲਟਰਨੇਟਿਵ ਲੱਭੋ, ਕੋਈ ਰਸ਼ੀਆ ਤੇ ਡਿਪੈਂਡੈਂਟ ਨਾ ਹੋ, ਨਿਰਭਰ ਨਾ ਹੋ। ਯੂਰਪੀਅਨ ਯੂਨੀਅਨ ਨੇ ਇੱਕ ਰਿਪੋਰਟ ਪੇਸ਼ ਕੀਤੀ ਤੇ ਉਹਦੇ ਵਿੱਚ ਫਿਰ ਅਮਰੀਕਾ ਉਹਨਾਂ ਨੇ ਕਿਹਾ ਕਿ 5 ਸਾਲ ਸਾਨੂੰ ਲੱਗਣੇ ਆ, ਉਹ ਵੀ ਜੇ ਅੱਜ ਤੋਂ ਸ਼ੁਰੂ ਕਰ ਦਈਏ ਤਾਂ, ਪਰ ਅੱਜ ਨਹੀਂ ਅਸੀਂ ਛੱਡ ਸਕਦੇ, ਕਿਉਂਕਿ ਗੈਸ ਦੀ ਤੇ ਪੈਟਰੋਲ ਦੀ ਬਹੁਤ ਲੋੜ ਹੈ। ਹਾਂਜੀ, ਅਜੇ ਇੱਕਦਮ ਹੋ ਸਕਦਾ ਜਸਟਿਨ ਟਰੂਡੋ ਸੋਚਦੇ ਹੁਣ ਵੀ ਸਾਰੇ ਲੋਕਾਂ ਨੇ ਇਲੈਕਟ੍ਰਿਕ ਕਾਰਾਂ ਲੈ ਲੈਣੀਆਂ, ਸਾਰੇ ਲੋਕਾਂ ਨੇ ਇਨਵਾਇਰਮੈਂਟਲੀ ਫਰੈਂਡਲੀ ਬਣ ਜਾਣਾ, ਆਇਲ ਤੇ ਗੈਸ ਦੀ ਲੋੜ ਹੀ ਨਹੀਂ ਪੈਣੀ। ਇਹ ਸੁਪਨਿਆਂ ਦਾ ਦੇਸ਼ ਆ। ਭੰਗ ਪੀ ਕੇ ਬੰਦਾ ਸੋਚ ਸਕਦਾ, ਪਰ ਰਿਐਲਿਟੀ ਇਹੀ ਹੈ, ਜਦੋਂ ਅੱਖਾਂ ਖੋਲਣੀਆਂ ਤੁਸੀਂ ਨਾ, ਤਾਂ ਅਜੇ ਵੀ ਪੈਟਰੋਲ ਚੱਲ ਰਿਹਾ, ਅਜੇ ਵੀ ਗੈਸ ਚੱਲ ਰਹੀ ਹੈ। ਹਾਂਜੀ, ਇਹ ਯੂਰਪੀਅਨ ਯੂਨੀਅਨ ਨੂੰ ਹੁਣ ਪਤਾ ਲੱਗਾ ਜੀ, ਤਾਂ ਉਹਨਾਂ ਦੇ ਅਫੀਸ਼ੀਅਲਸ ਵਾਰ-ਵਾਰ ਕਹਿ ਰਹੇ ਆ। ਪੋਲਿਸ਼ ਪ੍ਰਧਾਨ ਮੰਤਰੀ ਨੇ ਕਿਹਾ ਕਿ ਰੂਸੀ ਰੂਬਲ ਦੀ ਜਿਹੜੀ ਬਰਾਮਦਗੀ ਹੈ ਦਰਸਾਉਂਦੀ ਹੈ ਕਿ ਮਾਸਕੋ ਵਿਰੁੱਧ ਜਿਹੜੀਆਂ ਪਾਬੰਦੀਆਂ ਸੀ ਬਿਲਕੁਲ ਬੇਅਸਰ ਨੇ, ਤੇ ਇਹਨਾਂ ਪਾਬੰਦੀਆਂ, ਇਹ ਜਿਹੜੇ ਲਾਈਆਂ ਹੋਈਆਂ ਪਾਬੰਦੀਆਂ ਸੀ, ਕਿਸੇ ਕੰਮ ਦੀਆਂ ਨਹੀਂ ਹੈਗੀਆਂ। ਰੂਬਲ ਐਕਸਚੇਂਜ ਰੇਟ ਇਹਦੀ ਸਭ ਤੋਂ ਵਧੀਆ ਐਗਜ਼ਾਮਪਲ ਆ। ਇਸ ਖਬਰ ਨੂੰ ਹੁਣ ਤੁਸੀਂ ਕਿਵੇਂ ਦੇਖਦੇ ਹੋ? ਪੋਲਿਸ਼ ਪ੍ਰਾਈਮ ਮਿਨਿਸਟਰ ਨੇ ਜਿਹੜੀ ਗੱਲ ਠੀਕ ਹੀ ਕਹੀ ਹੈ। ਰੂਬਲ ਦੀ ਇਸ ਵੇਲੇ ਕੀਮਤ ਉਨੀ ਆ ਜਿੰਨੀ ਯੂਕਰੇਨ ਰਸ਼ੀਆ ਲੜਾਈ ਤੋਂ ਪਹਿਲਾਂ ਹੁੰਦੀ ਸੀ। ਹਾਂਜੀ, ਬਲਕਿ ਉਹ ਤਕੜਾ ਹੋ ਰਿਹਾ ਦਿਨੋ ਦਿਨ। ਹਾਂਜੀ, ਇੱਕ ਗੱਲ ਤਾਂ ਉਹ ਹੈ ਕਿ ਜਿਹੜੇ ਸੈਂਕਸ਼ਨਸ ਲਾਏ ਆ, ਜਿਹੜੀਆਂ ਚੀਜ਼ਾਂ ਇਹਨਾਂ ਨੂੰ ਚਾਹੀਦੀਆਂ ਆ ਨਾ, ਉਹਨਾਂ ਤੇ ਸੈਂਕਸ਼ਨ ਨਹੀਂ ਲਾਏ। ਜੇ ਵੈਸਟਰਨ ਯੂਰਪ ਨੂੰ ਗੈਸ ਚਾਹੀਦਾ ਆ, ਉਹ ਅਖੌਤੀ ਤੌਰ ਤੇ ਕਹਿੰਦੇ ਆ ਕਿ ਅਸੀਂ ਇਹਦਾ ਬਦਲ ਲੱਭਦੇ ਆ, ਪਰ ਖਰੀਦ ਤਾਂ ਰਹੇ ਆ ਇਸ ਵੇਲੇ। ਹਾਂਜੀ, ਜਿਹੜੀਆਂ ਚੀਜ਼ਾਂ ਉਹਨਾਂ ਦੀਆਂ ਚਾਹੀਦੀਆਂ ਸੀ ਉਹ ਲੈ ਰਹੇ ਆ। ਬਾਕੀ ਉਹਨਾਂ ਦਾ ਜਿੱਦਾਂ ਕੈਨੇਡਾ ਵਗੈਰਾ ਨਾਲ ਟ੍ਰੇਡ ਵੀ ਬਹੁਤ ਘੱਟ ਸੀ, ਤੇ ਜੇ ਸੈਂਕਸ਼ਨ ਲਾ ਵੀ ਦਿੰਦੇ ਤਾਂ ਕੋਈ ਮਾਇਨੇ ਨਹੀਂ ਰੱਖਦਾ, ਕੋਈ ਬਹੁਤਾ ਫਰਕ ਪੈਣਾ ਨਹੀਂ ਸੀ। ਤੇ ਜਿਹੜਾ ਇਹਨਾਂ ਦੇ ਨਾਲ ਉਹਨਾਂ ਦਾ ਟ੍ਰੇਡ ਜ਼ਿਆਦਾ ਆ, ਜਿੱਦਾਂ ਇੰਡੀਆ ਆ, ਚਾਈਨਾ ਆ, ਤਾਂ ਉਹ ਖਰੀਦੀ ਜਾ ਰਹੇ, ਉਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ। ਉਹ ਵੈਸੇ ਇੰਡੀਆ ਵਾਲਿਆਂ ਨੂੰ ਤਾਂ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਸਸਤੀਆਂ ਚੀਜ਼ਾਂ ਹੁਣ, ਜਿੱਦਾਂ ਆਪਣੇ ਕਹਿੰਦੇ ਨੇ ਮੇਲਾ ਜੋ ਖਤਮ ਹੋਣ ਲੱਗਾ ਹੋਵੇ, ਉਦੋਂ ਕੁਲਫੀਆਂ ਸਸਤੀਆਂ ਹੋ ਜਾਂਦੀਆਂ ਹੁੰਦੀਆਂ। ਹਾਂਜੀ, ਤਾਂ ਉਸ ਵੇਲੇ ਕੁਲਫੀਆਂ ਜਲੇਬੀਆਂ ਖਾਣ ਵਾਲੇ ਉਦੋਂ ਨੱਠਦੇ ਆ ਕਿ ਜਲੇਬੀਆਂ ਵੀ ਸਸਤੀਆਂ ਹੋ ਗਈਆਂ, ਤੇ ਇੰਡੀਆ ਵਾਲਿਆਂ ਨੂੰ ਲੱਗਦਾ ਕਿ ਹੁਣ ਇਹਨਾਂ ਦੀਆਂ ਸਸਤੀਆਂ ਚੀਜ਼ਾਂ ਮਿਲ ਜਾਣ ਤੇ ਹੁਣ ਮੌਕਾ ਹੈ, ਉਹ ਖਰੀਦ ਲਓ ਜੀ। ਸੋ ਬਹੁਤ ਦੇਸ਼ਾਂ ਨੇ ਰੂਬਲ ਖਰੀਦਣਾ ਸ਼ੁਰੂ ਕੀਤਾ ਹੈ, ਕਿਉਂਕਿ ਉਹਨਾਂ ਦੀਆਂ ਚੀਜ਼ਾਂ ਰੂਬਲ ਦੇ ਵਿੱਚ ਮਿਲ ਰਹੀਆਂ, ਤੇ ਰੂਬਲ ਦੀ ਜਿਹੜੀ ਸਟਰੈਂਥ ਆ ਉਹ ਪਹਿਲਾਂ ਨਾਲੋਂ ਜ਼ਿਆਦਾ ਹੋ ਜਾਣੀ ਹੈ। ਹਾਂਜੀ, ਬਿਲਕੁਲ। ਡਾਕਟਰ ਸਾਹਿਬ, ਵੈਸੇ ਜਰਮਨ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਵੀ ਇੱਕ ਚੇਤਾਵਨੀ ਦਿੱਤੀ ਹੈ ਕਿ ਜਰਮਨ ਆਰਥਿਕਤਾ ਦੀ ਜਿਹੜੀ ਰੀੜ੍ਹ ਦੀ ਹੱਡੀ ਆ, ਇੰਡਸਟਰੀ ਹੈਗੀ ਆ, ਉੱਥੋਂ ਦਾ ਉਦਯੋਗ ਆ, ਉਹਨਾਂ ਨੇ ਕਿਹਾ ਕਿ ਉਹ ਢਹਿ ਸਕਦਾ ਜੇਕਰ ਬਰਲਿਨ ਰੂਸੀ ਗੈਸ ਤੇ ਪਾਬੰਦੀ ਲਗਾਉਣ ਦਾ ਫੈਸਲਾ ਕਰਦਾ। ਦੇਸ਼ ਦੇ ਉਦਯੋਗ ਸੰਘ ਦੇ ਪ੍ਰਧਾਨ ਨੇ ਇਹ ਚੇਤਾਵਨੀ ਦਿੱਤੀ ਆ। ਦੇਖੋ, ਉਹ ਜਿਹੜੇ ਪੋਲੀਟੀਸ਼ੀਅਨ ਇੱਕ ਚੀਜ਼ ਆ, ਉਹਨਾਂ ਨੇ ਤਾਂ ਗੱਲ ਕਰਨੀ ਆ ਨੇਟੋ ਨੇ ਜੋ ਕਹੀ। ਹਾਂਜੀ, ਜਿਹੜੇ ਇੰਡਸਟਰੀ ਦੇ ਲੋਕ ਆ, ਜਿਹੜੇ ਐਕਚੁਅਲੀ ਸਿਵਲ ਸਰਵੈਂਟਸ ਆ, ਇਟਲੀ ਦੇ ਵਿੱਚ ਐਗਰੀਕਲਚਰ ਵਾਲਿਆਂ ਨੇ ਗੱਲ ਕੀਤੀ ਸੀ ਜੀ। ਇਹਨਾਂ ਨੂੰ ਤਾਂ ਲੋੜ ਹੈ ਉਹਨਾਂ ਚੀਜ਼ਾਂ ਦੀ ਨਾ, ਇਹਨਾਂ ਨੂੰ ਗੈਸ ਦੀ ਵੀ ਲੋੜ ਹੈ, ਇਹਨਾਂ ਨੂੰ ਪੈਟਰੋਲ ਦੀ ਵੀ ਲੋੜ ਹੈ। ਸੋ ਇਹ ਇਨਡਾਇਰੈਕਟ ਤਰੀਕੇ ਨਾਲ ਉਹ ਦੱਸਣਾ ਚਾਹੁੰਦੇ ਆਪਣੇ ਹਾਕਮਾਂ ਨੂੰ
ਕਿ ਜੇ ਤੁਸੀਂ ਗੱਲਾਂ ਬਾਤਾਂ 'ਚ ਆ ਗਏ ਨਾ ਅਮਰੀਕਾ ਦੀਆਂ, ਅਮਰੀਕਾ ਵਾਲੇ ਤਾਂ ਗੈਸ ਲੈਂਦੇ ਹੀ ਨਹੀਂ ਇਹਨਾਂ ਤੋਂ, ਉਹ ਤਾਂ ਆਪ ਪ੍ਰੋਡਿਊਸ ਕਰਦੇ ਆ, ਆਇਲ ਵੀ ਉਹ ਆਪ ਪ੍ਰੋਡਿਊਸ ਕਰਦੇ ਆ, ਜਿਹੜਾ ਜੇ ਲੈਂਦੇ ਆ ਤਾਂ ਉਹ ਮਿਡਲ ਈਸਟ ਤੋਂ ਲੈਂਦੇ ਆ। ਸੋ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ, ਉਹਨਾਂ ਨੇ ਤਾਂ ਸਾਨੂੰ ਗੈਸ ਵੇਚਣਾ ਆ, ਟੈਂਕਰਸ ਭਰ ਕੇ ਵੇਚਣ ਦੀ ਕੋਸ਼ਿਸ਼ ਕਰਦੇ ਆ, ਪਰ ਟੈਂਕਰ ਉੱਥੇ ਇੰਨੀ ਛੇਤੀ ਪਹੁੰਚਦੇ ਨਹੀਂ। ਇਸ ਕਰਕੇ ਇਹਨਾਂ ਨੇ ਕਟਰ ਨੂੰ ਵੀ ਕਿਹਾ ਸੀ ਪਿੱਛੇ ਜਿਹੇ ਅਮਰੀਕਾ ਨੇ ਕਿ ਤੁਸੀਂ ਟੈਂਕਰਸ ਭੇਜੋ ਆਪਣੇ ਗੈਸ ਦੇ। ਪਰ ਜਰਮਨ ਇੰਡਸਟਰੀ ਵਾਕਿਆ ਹੀ ਇਹ ਗੱਲ ਠੀਕ ਹੈ, ਜਿੰਨੇ ਯੂਰਪੀਅਨ ਯੂਨੀਅਨ ਦੇ ਮੁਲਕ ਹੈ, ਜੇ ਤੁਸੀਂ ਉੱਥੇ ਰੈਫਿਊਜੀ ਜਾਂਦੇ ਕਿਤੇ ਤਾਂ ਸਾਰੇ ਹੀ ਜਰਮਨੀ ਨੂੰ ਨੱਠਦੇ। ਹਾਂਜੀ, ਕਿਉਂਕਿ ਨੌਕਰੀ ਮਿਲਦੀ ਜਰਮਨੀ ਦੇ ਵਿੱਚ ਜੀ, ਉਹਨਾਂ ਦੀ ਇੰਡਸਟਰੀ ਜਿਹੜੀ ਮਸ਼ਹੂਰ ਹੈ। ਔਰ ਇਹ ਗੱਲ ਵੀ ਮਸ਼ਹੂਰ ਹੈ ਕਿ ਜਿਹੜੀ ਇੰਜੀਨੀਅਰਿੰਗ ਜੇ ਕਿਸੇ ਨੂੰ ਕਰਨੀ ਆਉਂਦੀ ਹੈ ਤਾਂ ਜਰਮਨਜ਼ ਨੂੰ ਆਉਂਦੀ ਹੈ ਜੀ। ਸੋ ਜਰਮਨੀ ਦੇ ਇੰਡਸਟਰੀ ਨੇ ਇਹ ਗੱਲ ਕਹਿਣੀ, ਔਰ ਪੋਲਿਸ਼ ਪ੍ਰਾਈਮ ਮਿਨਿਸਟਰ ਨੇ ਇਹ ਗੱਲ ਕਹਿਣੀ ਕਿ ਇਹ ਸੈਂਕਸ਼ਨ ਕੁਛ ਨਹੀਂ ਕਰ ਰਿਹਾ, ਬੇਅਸਰ ਆ। ਉਹ ਇਸੇ ਕਰਕੇ ਬੇਅਸਰ ਆ ਕਿ ਜਿਹੜੇ ਐਕਚੁਅਲੀ ਇਕਨੋਮੀ ਨੂੰ ਚਲਾ ਰਹੇ ਆ, ਚਾਹੇ ਉਹ ਐਗਰੀਕਲਚਰ ਸੈਕਟਰ ਆ, ਚਾਹੇ ਉਹ ਇੰਡਸਟਰੀ ਆ, ਉਹਨਾਂ ਨੇ ਸਰਕਾਰਾਂ ਨੂੰ ਕਿਹਾ ਵੀ ਤੁਸੀਂ ਬੋਲਣਾ ਜੋ ਕੁਝ ਬੋਲੀ ਜਾਓ, ਪਰ ਜੋ ਅਸੀਂ ਵਪਾਰ ਕਰਦੇ ਹਾਂ ਉਹ ਕਰੀ ਜਾਣਾ ਜੀ, ਤਾਂ ਉਹ ਵਪਾਰ ਉਦਾਂ ਹੀ ਚੱਲੀ ਜਾਂਦਾ ਜੀ, ਵਪਾਰ ਉੱਤੇ ਕੋਈ ਅਸਰ ਨਹੀਂ ਹੈਗਾ। ਇਸੇ ਤਰੀਕੇ ਦੇ ਨਾਲ ਹੁਣ ਜਾਪਾਨ ਆ ਜੋ ਉਹਨੇ ਰੂਸ ਦੇ ਦੂਰ ਪੂਰਬ ਵਿੱਚ ਆਪਣੇ ਤੇਲ ਤੇ ਕੁਦਰਤੀ ਗੈਸ ਪ੍ਰੋਜੈਕਟ ਤੋਂ ਪਿੱਛੇ ਹਟਣ ਦਾ ਉਹਨਾਂ ਦਾ ਕੋਈ ਇਰਾਦਾ ਨਹੀਂ, ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਉਹ ਬਿਲਕੁਲ ਵੀ ਨਹੀਂ ਹਟਣਗੇ। ਹੁਣ ਜਿਹੜੀ ਇਹ ਖਬਰ ਹੈਗੀ ਹੈ, ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ? ਜੇ ਤੁਸੀਂ ਮੈਪ ਤੇ ਦੇਖਦੇ ਆ ਤਾਂ ਜਿਹੜਾ ਰਸ਼ੀਆ ਦਾ ਸਾਈਬੇਰੀਆ ਦਾ ਰੀਜਨ ਹੈ ਨਾ, ਹਾਂਜੀ, ਉਹਦੇ ਸਾਊਥ ਵਾਲਾ ਰੀਜਨ ਉਹ ਬਿਲਕੁਲ ਜਾਪਾਨ ਦੇ ਲਾਗੇ ਲੱਗਦੇ ਆ, ਤੇ ਉੱਥੇ ਆਇਲ ਤੇ ਗੈਸ ਬਹੁਤ ਜ਼ਿਆਦਾ ਹੈ। ਜਾਪਾਨ ਦੀਆਂ ਕੰਪਨੀਆਂ ਨੇ ਉੱਥੇ ਇਨਵੈਸਟਮੈਂਟ ਕੀਤੀ ਹੈ ਜੀ, ਤੇ ਜਾਪਾਨ ਵਾਲੇ ਉਸ ਆਇਲ ਤੇ ਗੈਸ ਤੇ ਬਹੁਤ ਡਿਪੈਂਡੈਂਟ ਹੈ। ਹਾਂਜੀ, ਹੁਣ ਜਾਪਾਨ ਵਾਲੇ ਇਹ ਗੱਲ ਕਹਿ ਰਹੇ ਆ ਕਿ ਸਾਡਾ ਉਹਨਾਂ ਪ੍ਰੋਜੈਕਟਸ ਤੋਂ ਪਿੱਛੇ ਹਟਣ ਦਾ ਕੋਈ ਇਰਾਦਾ ਨਹੀਂ ਜੀ, ਉਹਨਾਂ ਨੇ ਸਪਸ਼ਟ ਕਰਤਾ। ਵੱਖ-ਵੱਖ ਦੇਸ਼ ਮਤਲਬ ਅੱਗੇ ਤਾਂ ਇੰਡਸਟਰੀ ਵਾਲੇ ਜਾਂ ਐਗਰੀਕਲਚਰ ਸੈਕਟਰ ਵਾਲੇ ਕਹਿੰਦੇ ਸੀ, ਹਾਂਜੀ, ਪਰ ਜਾਪਾਨ ਵਾਲਿਆਂ ਨੇ ਤਾਂ ਅਫੀਸ਼ੀਅਲੀ ਤੌਰ ਤੇ ਅਮਰੀਕਾ ਨੂੰ ਕਹਿਤਾ ਨਾ ਵੀ ਤੁਸੀਂ ਜ਼ੋਰ ਪਾ ਰਹੇ ਹੋ ਕਿ ਇਹਨਾਂ ਦੇ ਟ੍ਰੇਡ ਨਾ ਕਰੋ, ਇਹਨਾਂ ਦੇ ਨਾਲ ਪ੍ਰੋਜੈਕਟ ਜਿਹੜੇ ਖਤਮ ਕਰੋ, ਪਰ ਅਸੀਂ ਤਾਂ ਇਹਨਾਂ ਦੇ ਡਿਪੈਂਡੈਂਟ ਹੈ, ਅਸੀਂ ਆਪਣੇ ਨੁਕਸਾਨ ਕਿਉਂ ਕਰਾਈਏ। ਸੋ ਇੰਟਰਨੈਸ਼ਨਲ ਡਿਪਲੋਮੇਸੀ, ਇੰਟਰਨੈਸ਼ਨਲ ਪੋਲੀਟੀਕਲ ਇਕਨੋਮੀ ਇਹੀ ਸਾਬਤ ਕਰਦੀ ਹੈ ਕਿ ਲੋਕੀ ਜਿਹੜੇ ਦੇਸ਼ ਆ ਇੱਕ ਦੂਸਰੇ ਤੇ ਆਤਮ ਨਿਰਭਰਤਾ ਇੰਨੀ ਆ ਉਹਨਾਂ ਦੀ, ਹੈ ਨਾ, ਡਿਪੈਂਡੈਂਸ ਜ਼ਿਆਦਾ ਹੈ, ਔਰ ਜੇ ਉਹ ਡਿਪੈਂਡੈਂਸ ਖਤਮ ਹੁੰਦੀ ਹੈ ਉਹਨਾਂ ਨੂੰ ਆਪਣੀ ਇਕਨੋਮੀ ਨੂੰ ਖਤਰਾ ਹੈ। ਹਾਂਜੀ, ਜਾਪਾਨ ਦੇ ਤਾਂ ਪਹਿਲਾਂ ਹੀ ਖਤਰਾ ਹੈ, ਕਿਉਂਕਿ ਜੋ ਜਾਪਾਨ ਵਾਲੇ ਚੀਜ਼ਾਂ ਬਣਾਉਂਦੇ ਹੁੰਦੇ ਸੀ ਉਹ ਹੁਣ ਚਾਈਨਾ ਬਣਾ ਰਿਹਾ ਜੀ। ਚਾਈਨਾ ਨੇ ਦੁਨੀਆ ਦੀ ਮਾਰਕੀਟ ਡੋਮੀਨੇਟ ਕੀਤੀ ਆ। ਹਾਂਜੀ, ਜਿਹੜੀ ਗੱਲ ਤੇ ਅਜੇ ਵੀ ਜਾਪਾਨ ਵਾਲੇ ਮੋਹਰੀ ਆ ਉਹ ਹੈਗੀ ਹਾਈ ਟੈਕ ਦੇ ਵਿੱਚ ਜੀ, ਤੇ ਹਾਈ ਟੈਕ ਨੂੰ ਬਰਕਰਾਰ ਰੱਖਣ ਲਈ ਉਹਨਾਂ ਨੂੰ ਆਇਲ ਤੇ ਗੈਸ ਦੀ ਅਜੇ ਵੀ ਲੋੜ ਹੈ ਜੀ, ਤੇ ਉਹ ਆਇਲ ਤੇ ਗੈਸ ਜਿਹੜਾ ਰਸ਼ੀਆ ਵਾਲੇ ਮਿਲਦੇ ਆ ਉਹਨਾਂ ਤੋਂ ਆਪਣਾ ਤਾਂ ਹੈ ਨਹੀਂ ਜੀ। ਬਿਲਕੁਲ, ਰਸ਼ੀਆ ਉਹਨਾਂ ਦੇ ਗੁਆਂਢ ਦੇ ਵਿੱਚ ਹੈ, ਔਰ ਉਹਨਾਂ ਦੇ ਆਪਣੇ ਬਹੁਤ ਇਨਵੈਸਟਮੈਂਟ ਕੀਤੀ ਹੈ ਉਹਨਾਂ ਨੇ। ਸੋ ਇਸ ਕਰਕੇ ਉਹਨਾਂ ਦਾ ਇਹ ਮੈਸੇਜ ਵੈਸੇ ਅਮਰੀਕਾ ਵਾਲਿਆਂ ਲਈ ਹੈ ਵੀ ਸਾਨੂੰ ਦੱਸਣ ਦੀ ਲੋੜ ਨਹੀਂ ਜੀ। ਉਹਨਾਂ ਨੇ ਮੈਸੇਜ ਵੀ ਐਨ ਪੂਰਾ ਆਪਣਾ ਕਲੈਰਿਟੀ ਦੇ ਨਾਲ ਉਹਨਾਂ ਨੂੰ ਦੇ ਦਿੱਤਾ ਹੈਗਾ ਕਿ ਸਾਡੇ ਤੋਂ ਉਮੀਦ ਨਾ ਰੱਖੋ, ਅਸੀਂ ਕਲੀਅਰ ਹਾਂ ਇਸ ਚੀਜ਼ ਦੇ ਉੱਪਰ ਪੂਰੀ ਤਰ੍ਹਾਂ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਭਾਰਤ ਦੇ ਨਾਲ ਹਾਲ ਹੀ ਵਿੱਚ ਵਪਾਰਕ ਸਮਝੌਤਾ ਕੀਤਾ, ਉਹਦੇ ਬਾਰੇ ਆਪਣੇ ਸਰੋਤਿਆਂ ਨੂੰ ਦੱਸੋ। ਆਸਟ੍ਰੇਲੀਆ ਕੁਆਡ ਨੇਸ਼ਨਸ ਦਾ ਇੱਕ ਹਿੱਸਾ ਹੈ, ਇਹ ਅਮਰੀਕਨ ਇਨੀਸ਼ੀਏਟਿਵ ਹੈ ਐਕਚੁਅਲੀ। ਚਾਈਨਾ ਦੇ ਖਿਲਾਫ US, ਇੰਡੀਆ, ਆਸਟ੍ਰੇਲੀਆ ਤੇ ਜਾਪਾਨ, ਹਾਂਜੀ, 3 ਮੁਲਕ ਏਸ਼ੀਆ ਦੇ ਤੇ ਇੱਕ ਅਮਰੀਕਾ, ਇਹ ਇਕੱਠੇ ਹੋ ਕੇ ਚਾਈਨਾ ਨੂੰ ਐਕਸਪੈਂਡ ਕਰਨ ਤੋਂ ਰੋਕਣ ਲਈ ਬਣੇ ਆ। ਹਾਂਜੀ, ਤੇ ਆਸਟ੍ਰੇਲੀਆ ਤੇ ਵੀ ਜ਼ੋਰ ਪਾਇਆ ਸੀ ਅਮਰੀਕਾ ਨੇ ਕਿ ਤੁਸੀਂ ਇੰਡੀਆ ਵਾਲੇ ਜਿਹੜੇ ਆਪਣਾ ਸਪਸ਼ਟ ਨਹੀਂ ਕਰ ਰਹੇ ਸਟੈਂਡ ਰਸ਼ੀਆ ਤੇ ਤੁਸੀਂ ਉਹਨਾਂ ਦੇ ਨਾਲ ਜਿਹੜੀ ਲਿਬਰਲ ਟ੍ਰੇਡ ਕਰ ਰਹੇ ਆ, ਜਿਹੜੇ ਹੁਣ ਟ੍ਰੇਡ ਐਗਰੀਮੈਂਟ ਹੋਏ ਆ, ਜੇ ਤੁਸੀਂ ਦੇਖਦੇ ਹੋ ਤਾਂ 85% ਟ੍ਰੇਡ ਜਿਹੜਾ ਹੈ ਇੰਡੀਆ ਦਾ ਆਸਟ੍ਰੇਲੀਆ ਨਾਲ ਹੋਣਾ, ਉਹਨੂੰ ਤੁਸੀਂ ਫ੍ਰੀ ਟ੍ਰੇਡ ਕਹਿ ਸਕਦੇ ਹੋ। ਹਾਂਜੀ, ਉਹ ਤੇ ਕੋਈ ਟੈਰਿਫ ਨਹੀਂ ਲੱਗਦੇ, ਨਾ ਉਧਰੋਂ ਲੱਗਦੇ ਨਾ ਉਧਰੋਂ ਲੱਗਦੇ। 15% ਚੀਜ਼ਾਂ ਆ ਜਿਨ੍ਹਾਂ ਤੇ ਟੈਰਿਫਸ ਲਾਉਂਦੇ ਨੇ।
ਤੇ ਇਹਨਾਂ ਦਾ ਪ੍ਰੈਸ਼ਰ ਸੀ ਕਿ ਤੁਸੀਂ ਇਹ ਕੰਮ ਨਾ ਕਰੋ। ਆਸਟ੍ਰੇਲੀਆ ਨੇ ਆਪਣਾ ਹੀ ਦੇਖਣਾ। ਹੁਣ ਅਸੀਂ ਵਾਰੀ-ਵਾਰੀ ਦੇਖਦੇ ਹਾਂ ਵੱਖ-ਵੱਖ ਮੁਲਕਾਂ ਤੋਂ, ਹਰੇਕ ਬੰਦਾ ਇਹੀ ਦੇਖਦਾ ਕਿ ਮੇਰੇ ਲਈ ਕੀ ਹੈ ਇਹ 'ਚ। ਹਾਂਜੀ, ਅਸੀਂ ਗੱਲ ਬਾਅਦ ਕਰਾਂਗੇ ਕਿ US ਵਾਲੇ ਵੀ ਤਾਂ ਇਹੀ ਦੇਖਦੇ ਕਿ ਸਾਡੇ ਲਈ ਕੀ ਹੈ ਇਹ 'ਚ ਜੀ। ਸਾਰਿਆਂ ਨੂੰ ਕਹਿਣੇ ਤਾਂ ਹੈਗੇ ਆ ਕਿ ਸੈਂਕਸ਼ਨ ਲਾਓ, ਪਰ ਉਹਨਾਂ ਦੇ ਵਿੱਚੋਂ ਕਿਹੜੇ ਸੈਂਕਸ਼ਨ ਇਹਨਾਂ ਲਈ ਗੁੱਡ ਆ ਜਾਂ ਬੈਡ ਆ ਉਹੀ ਪ੍ਰਮੋਟ ਕਰਦੇ ਆ। ਬਾਕੀ ਜੇ ਇਹਨਾਂ ਲਈ ਕੋਈ ਐਕਸੈਪਸ਼ਨ ਹੈਗੀ ਉਹ ਆਪਣੇ ਆਪ ਵੀ ਐਕਸੈਪਸ਼ਨ ਕਰ ਲੈਂਦੇ ਆ। ਹਾਂਜੀ, ਦੂਸਰਿਆਂ ਨੂੰ ਕਹਿ ਰਹੇ ਕਿ ਸਾਰਾ ਟ੍ਰੇਡ ਬੰਦ ਕਰ ਦਿਓ, ਆਪਣਾ ਟ੍ਰੇਡ ਉਹ ਖੁੱਲਾ ਆ ਜਿਹੜਾ ਇਹਨਾਂ ਦੇ ਹਿੱਤ ਵਿੱਚ ਆ। ਜਿੱਦਾਂ ਹੁਣ ਇਹਨਾਂ ਨੇ ਫਰਟੀਲਾਈਜ਼ਰਸ ਆ, ਰਸ਼ੀਆ ਮੇਜਰ ਐਕਸਪੋਰਟਰ ਹੈ ਫਰਟੀਲਾਈਜ਼ਰ ਦਾ। ਇਹ ਕੋਈ 16 ਜਾਂ 17 ਬਿਲੀਅਨ ਦਾ US ਦੇ ਵਿੱਚ ਫਰਟੀਲਾਈਜ਼ਰ ਯੂਜ਼ ਕਰਦੇ ਆ, ਜਿਹਦੇ ਵਿੱਚੋਂ ਤਕਰੀਬਨ $1.5 ਬਿਲੀਅਨ ਦਾ ਰਸ਼ੀਆ ਤੋਂ ਖਰੀਦਦੇ ਆ। ਹਾਂਜੀ, ਹੁਣ ਇਹ ਕਾਫੀ ਵੱਡੀ ਇਨਵੈਸਟਮੈਂਟ ਹੈ ਜੀ। ਜੇ ਤੁਸੀਂ ਸੈਂਕਸ਼ਨ ਲਾਉਣੇ ਤਾਂ ਹਰ ਇੱਕ ਚੀਜ਼ ਤੇ ਸੈਂਕਸ਼ਨ ਲੱਗਣੇ ਚਾਹੀਦੇ ਆ। ਇਹਦੇ ਤੇ ਇਹਨਾਂ ਨੇ ਈਜ਼ ਆਫ ਕਰਤਾ ਸੀ। ਇਹ ਤੇ ਈਜ਼ ਆਫ ਕਰਤਾ ਕਿਉਂਕਿ ਫਾਰਮਰਸ ਨੇ ਉਦੋਂ ਹੀ ਰੌਲਾ ਪਾਉਣਾ ਸ਼ੁਰੂ ਕਰਤਾ। ਇਲੈਕਸ਼ਨ ਮੂਹਰੇ ਆ ਰਹੀ ਆ, ਫਾਰਮਰਸ ਦੇ ਵੋਟ ਆ। ਹਾਂਜੀ, ਬਹੁਤ ਫਾਰਮਰਸ ਆ US ਦੇ ਵਿੱਚ ਜਿਨ੍ਹਾਂ ਨੂੰ ਲੱਗਦਾ ਸੀ ਕਿ ਫਰਟੀਲਾਈਜ਼ਰ ਮਹਿੰਗੀਆਂ ਹੋ ਗਈਆਂ, ਇਸ ਵੇਲੇ ਤਾਂ ਸਾਡੀਆਂ ਫਸਲਾਂ ਮਹਿੰਗੀਆਂ ਹੋ ਜਾਣੀਆਂ ਸਾਨੂੰ, ਜਾਂ ਉਹ ਫਰਟੀਲਾਈਜ਼ਰ ਸਾਨੂੰ ਮਿਲਣੀਆਂ ਨਹੀਂ ਜਿਹੜੀਆਂ ਸਾਡੀਆਂ ਫਸਲਾਂ ਨੂੰ ਚਾਹੀਦੀਆਂ ਹੁੰਦੀਆਂ। ਹਾਂਜੀ, ਸੋ ਆਸਟ੍ਰੇਲੀਆ ਨੇ ਜਿਹੜਾ ਇੰਡੀਆ ਦੇ ਨਾਲ ਟ੍ਰੇਡ ਕੀਤਾ ਹੈ, ਉਹਨਾਂ ਨੇ ਵੀ ਦੇਖਿਆ ਕਿ ਸਾਡਾ ਮੌਕਾ ਵਧੀਆ ਆ, ਅਸੀਂ ਦੋਏ ਦੇਸ਼ ਇਸ ਗੱਲ ਤੇ ਸਹਿਮਤ ਹੈ। ਔਰ ਇੰਡੀਆ ਦੀ ਵੀ ਇਹ ਰਣਨੀਤੀ ਆ, ਉਹ ਵੀ ਚਾਹੁੰਦੇ ਆ ਕਿ ਜਾਪਾਨ ਆਸਟ੍ਰੇਲੀਆ ਜੇ ਸਾਡੇ ਨਾਲ ਆ, ਇਸ ਕਰਕੇ ਇਹ ਅਮਰੀਕਾ ਦੇ ਦਬਾਅ 'ਚ ਆ ਕੇ ਨਾ ਸਾਡੇ ਨਾਲ ਟ੍ਰੇਡ ਬੰਦ ਕਰਨ। ਉਹਨਾਂ ਨੇ ਕੁਝ ਗੱਲਾਂ ਤੇ ਕੰਸੈਸ਼ਨ ਵੀ ਦਿੱਤਾ ਹੈ, ਆਸਟ੍ਰੇਲੀਆ ਵਾਲਿਆਂ ਨੇ ਵੀ ਕੁਝ ਗੱਲਾਂ ਤੇ ਕੰਸੈਸ਼ਨ ਦਿੱਤਾ ਹੈ। ਸੋ ਆਸਟ੍ਰੇਲੀਆ ਦਾ ਜਿਹੜਾ ਟ੍ਰੇਡ ਹੋ ਰਿਹਾ ਹੈ ਉਹ ਐਕਸਪੈਂਡ ਕਰ ਰਿਹਾ ਹੈ ਔਰ ਆਲਮੋਸਟ ਫ੍ਰੀ ਟ੍ਰੇਡ ਹੈ। 85% 85% ਚੀਜ਼ਾਂ ਜਿਹੜੀਆਂ ਫ੍ਰੀ ਟ੍ਰੇਡ ਦੇ ਅੰਡਰ ਆਉਂਦੀਆਂ। ਹਾਂਜੀ, ਤੇ ਇਹ ਇੱਕ ਬਹੁਤ ਵੱਡਾ ਕਦਮ ਹੈ। ਔਰ US ਦੇ ਵਿੱਚ ਇਹ ਗੱਲ ਕਹਿਣੀ ਕਿ ਫਰਟੀਲਾਈਜ਼ਰਸ ਜਿਹੜੀਆਂ ਉਹ ਐਕਸੈਪਸ਼ਨ ਆ, ਮਤਲਬ ਉਹ ਚੀਜ਼ਾਂ ਐਕਸੈਪਸ਼ਨ ਆ ਜਿਹੜੀਆਂ ਇਹਨਾਂ ਨੂੰ ਚਾਹੀਦੀਆਂ, ਜਿਹਦੇ 'ਚ ਇਹਨਾਂ ਦਾ ਫਾਇਦਾ ਹੈਗਾ, ਜਿਹਦੇ 'ਚ ਇਹਨਾਂ ਦਾ ਫਾਇਦਾ ਹੈ। ਤੇ ਬਾਕੀ ਸਾਰਿਆਂ ਨੂੰ ਕਹਿੰਦੇ ਆ ਕਿ ਤੁਸੀਂ ਸੈਂਕਸ਼ਨਸ ਲਾਵੋ, ਸਾਰੀ ਜਗ੍ਹਾ ਤੇ ਲਾਵੋ, ਵਪਾਰ ਬੰਦ ਕਰ ਦਿਓ ਉਹਨਾਂ ਨਾਲ। ਹਰ ਇੱਕ ਦੇਸ਼ ਦਾ ਤੁਸੀਂ ਦੇਖ ਲਓ, ਕੱਲੇ ਦੇਸ਼ ਨੇ ਉਹ ਚੀਜ਼ ਤੇ ਸੈਂਕਸ਼ਨ ਨਹੀਂ ਲਾਇਆ ਜਿਹੜੀਆਂ ਉਹ ਇੰਪੋਰਟ ਉਹਨਾਂ ਨੂੰ ਚਾਹੀਦੀਆਂ ਹੈ। ਹਾਂਜੀ, ਜਾਂ ਜਿਹੜੀਆਂ ਉਹ ਚੀਜ਼ਾਂ ਉਹ ਐਕਸਪੋਰਟ ਕਰਦੇ ਆ ਰਸ਼ੀਆ ਨੂੰ, ਔਰ ਉਹ ਤੇ ਡਿਪੈਂਡੈਂਟ ਆ ਕਿਉਂਕਿ ਹਰੇਕ ਦੇਸ਼ ਦੇ ਵਿੱਚ ਲੌਬੀ ਆ। ਹਾਂਜੀ, ਉਹ ਲੌਬੀ ਫਿਰ ਕਰਦੇ ਆ। ਜਿੱਦਾਂ ਜਰਮਨ ਦੇ ਵਿੱਚ ਬਹੁਤ ਵੱਡੀ ਲੌਬੀ ਇੰਡਸਟਰੀ, ਉਹਨਾਂ ਨੇ ਲੌਬੀ ਕਰਨਾ ਵੀ ਤੁਸੀਂ ਗੱਲਾਂ ਕਹੀ ਜਾਣੀਆਂ ਕਹੀ ਜਾਓ, ਪਰ ਉਹਨਾਂ ਦਾ ਗੈਸ ਸਾਨੂੰ ਚਾਹੀਦਾ ਆ ਜੀ। ਇਹ ਤੁਸੀਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਗੈਸ ਇਹ ਫੈਕਟ ਆ। ਜੋ ਕਹਿਣਾ ਕਿ ਆਪਣੇ ਕਹਿੰਦੇ ਨੇ ਪੰਚਾਂ ਦਾ ਕਿਹਾ ਸਿਰ ਮੱਥੇ। ਹਾਂਜੀ, ਪਰਨਾਲਾ ਉੱਥੇ। ਹਾਂਜੀ, ਪਰ ਉਹਨਾਂ ਨੇ ਤਾਂ ਆਪਣੇ ਹਿੱਤ ਦੇਖਣੇ ਹਰੇਕ ਨੇ। ਔਰ ਇਸੇ ਗੱਲ ਤੇ ਜ਼ੇਲੈਂਸਕੀ ਰੌਲਾ ਪਾ ਰਹੇ ਆ ਕਿ ਕਹਿੰਦੇ ਮੈਨੂੰ ਹੋਰ ਸੀ ਗੱਲਾਂ ਤੇ ਕਰ ਹੋ ਰਹੇ ਆ। ਫਾਈਨਲੀ ਮੇਰਾ ਖਿਆਲ ਉਹਨਾਂ ਨੂੰ ਯੂਕਰੇਨ ਦੇ ਪ੍ਰੈਜ਼ੀਡੈਂਟ ਨੂੰ ਪਤਾ ਲੱਗ ਗਿਆ। ਹਰ ਇੱਕ ਦੇਸ਼ ਨੇ ਸਭ ਤੋਂ ਪਹਿਲਾਂ 4 ਚੀਜ਼ਾਂ ਕਹਿੰਦੇ ਹੁੰਦੇ ਵੀ ਹਰ ਇੱਕ ਦੇਸ਼ ਕਰਦਾ ਹੈ। ਸਭ ਤੋਂ ਪਹਿਲਾਂ ਦੇਖਦਾ ਕਿ ਸਾਡੀ ਸਿਕਿਉਰਿਟੀ, ਜੇ ਤੁਸੀਂ ਜਿਉਂਦੇ ਰਹੋਗੇ ਤਾਂ ਹੀ ਕੁਝ ਆਨੰਦ ਮਾਣੋਗੇ ਚੀਜ਼ਾਂ ਦਾ। ਹਾਂਜੀ, ਸਿਕਿਉਰਿਟੀ ਲਈ ਸਾਨੂੰ ਕੀ ਚਾਹੀਦਾ ਹੈ। ਦੂਸਰੀ, ਸਾਡੇ ਲਈ ਸਾਡੀ ਇਕਨੋਮੀ ਨੂੰ ਕੀ ਚਾਹੀਦਾ ਹੈ। ਤੀਸਰਾ, ਸਾਡਾ ਵੈਲਿਊ ਸਿਸਟਮ, ਜਿਹੜਾ ਪ੍ਰੋਪੇਗੈਂਡਾ ਅਸੀਂ ਕਹਿੰਦੇ ਹਾਂ ਜੀ। ਅਮਰੀਕਾ ਵਾਲੇ ਕਹਿਣਗੇ ਕਿ ਡੈਮੋਕ੍ਰੇਸੀ ਚਾਹੀਦੀ ਹੈ, ਰੂਲ ਆਫ ਲਾਅ ਚਾਹੀਦਾ ਹੈ, ਪਰ ਜਿੱਥੇ ਨਹੀਂ ਡੈਮੋਕ੍ਰੇਸੀ, ਜਿੱਥੇ ਰੂਲ ਆਫ ਲਾਅ ਨਹੀਂ ਹੈ, ਉੱਥੇ ਫਿਰ ਇਹ ਐਕਸੈਪਸ਼ਨਸ ਵੀ ਕਰਨ ਲੱਗ ਪੈਂਦੇ ਨੇ ਆਪਣੇ ਹਿਸਾਬ ਨਾਲ ਕਿਉਂਕਿ ਇਹਨਾਂ ਨੂੰ ਫਾਇਦਾ ਨਹੀਂ ਹੁੰਦਾ। ਹੁਣ ਸਾਊਦੀ ਅਰੇਬੀਆ ਦੀ ਇੱਕ ਹੋਰ ਐਗਜ਼ਾਮਪਲ ਦਿੰਦਾ ਮੈਂ। ਸਾਊਦੀ ਅਰੇਬੀਆ ਦਾ ਜਿਹੜਾ ਇੱਕ ਜਰਨਲਿਸਟ ਸੀ ਖਸ਼ੋਗੀ, ਹਾਂਜੀ, ਟਰਕੀ ਦੇ ਵਿੱਚ ਉਹਨਾਂ ਦੇ ਕੌਂਸੂਲੇਟ ਤੇ ਗਿਆ ਤਾਂ ਅੰਦਰੋਂ ਬਾਹਰ ਹੀ ਨਿਕਲਿਆ, ਉਹਦੀ ਲਾਸ਼ ਹੀ ਨਿਕਲੀ। ਹਾਂਜੀ, ਉਹ ਵੀ ਬੋਰੀ ਦੇ ਵਿੱਚ ਕੱਟ ਕੇ ਪਾਈ ਸੀ ਜੀ। ਇਸ ਬੁਰੇ ਤਰੀਕੇ ਨਾਲ ਮਾਰਿਆ ਉਹਨੂੰ ਜੀ। ਉਹਦੀ ਇਨਵੈਸਟੀਗੇਸ਼ਨ ਇੱਕ ਤਾਂ US ਨੇ ਕਰਵਾਈ, ਜਿਹਦੇ ਵਿੱਚ ਸਾਊਦੀ ਅਰੇਬੀਆ ਦੀ ਫੈਮਿਲੀ, ਦੇ ਰਾਇਲ ਫੈਮਿਲੀ ਦੇ ਮੈਂਬਰ ਦਾ ਨਾਂ ਲਿਖਿਆ ਹੈ।
ਸ਼ਰੇਆਮ ਲਿਖਿਆ ਹੈ, ਉਹ ਇਹਨਾਂ ਨੇ ਪਬਲਿਕ ਕਰਤੀ। ਪਹਿਲਾਂ ਉਹਨਾਂ ਦੇ ਪ੍ਰੈਸ਼ਰ ਪਾਉਂਦੇ ਸੀ ਸਾਊਦੀ ਵਾਲੇ ਕਿ ਤੁਸੀਂ ਇਹ ਗੱਲ ਨੂੰ ਪਬਲਿਕ ਨਾ ਕਰੋ, ਤੇ ਦੂਸਰਾ ਟਰਕੀ ਵਾਲਿਆਂ ਤੇ ਜ਼ੋਰ ਪਾਉਂਦੇ ਸੀ ਕਿ ਤੁਸੀਂ ਇਨਵੈਸਟੀਗੇਸ਼ਨ ਕਰੋ, ਟਰਾਇਲ ਤਾਂ ਸ਼ੁਰੂ ਕਰੋ ਨਾ ਜੀ। ਟਰਕੀ ਵਾਲਿਆਂ ਨੇ ਇਨਵੈਸਟੀਗੇਸ਼ਨ ਕੀਤੀ, ਟਰਾਇਲ ਸ਼ੁਰੂ ਕਰ ਦਿੱਤਾ। ਉਹ ਵੀ ਸਾਊਦੀ ਅਰੇਬੀਆ ਵਾਲੇ ਉਹਨਾਂ ਤੇ ਪ੍ਰੈਸ਼ਰ ਪਾਉਂਦੇ ਸੀ, ਹਾਲਾਂਕਿ ਉਹਨਾਂ ਦੀ ਰਾਈਵਲਰੀ ਵੀ ਆ ਇੱਕ ਦੂਸਰੇ ਨਾਲ। ਟਰਕੀ ਵਾਲੇ ਆਪਣੇ ਆਪ ਨੂੰ ਸਮਝਦੇ ਕਿ ਅਸੀਂ ਆਟੋਮਨ ਅੰਪਾਇਰ ਦੇ ਸਾਡੇ ਹੁੰਦਾ ਸੀ ਪਹਿਲਾਂ, ਅਸੀਂ ਮੁਸਲਿਮ ਨੇਸ਼ਨਸ ਦੇ ਹੈੱਡ ਹੁੰਦੇ ਸੀ ਇੱਕ ਜ਼ਮਾਨੇ 'ਚ। ਸਾਊਦੀ ਅਰੇਬੀਆ ਵਾਲੇ ਸਮਝਦੇ ਆ ਮੱਕਾ ਮਦੀਨਾ ਸਾਡੇ ਆ, ਤੇ ਅਸੀਂ ਮੁਸਲਮਾਨਾਂ ਦੇ ਕਮ ਸੇ ਕਮ ਸੁੰਨੀ ਮੁਸਲਮਾਨਾਂ ਦੇ ਹੈੱਡ ਹੈ ਨਾ ਜੀ ਜੀ। ਸੋ ਇਸ ਕਰਕੇ ਇਹਨਾਂ ਨੇ ਹੁਣ ਜਿਹੜਾ ਟਰਕੀ ਦੇ ਵਿੱਚ ਮੁਕੱਦਮਾ ਚੱਲਦਾ ਸੀ, US ਨੇ ਉਹਨਾਂ ਨੂੰ ਫੂਕ ਮਾਰਤੀ ਕੰਨ 'ਚ ਕਿ ਸਾਊਦੀ ਅਰੇਬੀਆ ਵਾਲੇ ਗੁੱਸੇ ਹੋਏ ਆ, ਅਸੀਂ ਤਾਂ ਬੇਵਕੂਫੀ ਕਰ ਬੈਠੇ ਆ ਜੀ। ਉਦੋਂ ਹਾਲੇ ਲੜਾਈ ਨਹੀਂ ਲੱਗੀ ਸੀ, ਸਾਨੂੰ ਉਦੋਂ ਇੰਨੇ ਆਇਲ ਦੀ ਲੋੜ ਨਹੀਂ ਸੀ, ਹੁਣ ਇਸ ਆਇਲ ਦੀ ਲੋੜ ਹੈ। ਔਰ ਸਾਊਦੀ ਅਰੇਬੀਆ ਤੋਂ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਕਿ ਆਇਲ ਪ੍ਰੋਡਕਸ਼ਨ ਜ਼ਿਆਦਾ ਕਰੋ। ਉਹ ਜ਼ਿਦ 'ਚ ਆ ਕਿ ਆਇਲ ਪ੍ਰੋਡਕਸ਼ਨ ਤਾਂ ਹੀ ਜ਼ਿਆਦਾ ਕਰਾਂਗੇ, ਪਹਿਲਾਂ ਤੁਸੀਂ ਸਾਡੀਆਂ ਮੰਗਾਂ ਮੰਨੋ। ਹਾਂਜੀ, ਇੱਕ ਮੰਗ ਇਹ ਸੀ ਕਿ ਜਿਹੜਾ ਖਸ਼ੋਗੀ ਨੂੰ ਮਾਰਿਆ ਸਾਊਦੀ ਕੌਂਸਲਰ ਦੇ ਵਿੱਚ, ਉਹ ਟਰਾਇਲ ਉਹ ਕਹਿੰਦੇ ਕਿ ਸਾਡੇ ਸਾਊਦੀ ਅਰੇਬੀਆ 'ਚ ਭੇਜੋ। ਜਿਨ੍ਹਾਂ ਨੇ ਬੰਦਾ ਮਾਰਿਆ ਉਹ ਮੰਗ ਕਰ ਰਿਹਾ ਕਿ ਸਾਡੇ ਟਰਾਇਲ ਹੋਵੇ। ਸੋ ਉਹ ਟਰਾਇਲ ਹੁਣ ਸ਼ਿਫਟ ਕਰ ਦਿੱਤਾ ਟਰਕੀ ਦੇ ਵਿੱਚੋਂ, ਉਹ ਟਰਾਇਲ ਹੋਊਗਾ ਹੁਣ ਸਾਊਦੀ ਅਰੇਬੀਆ ਦੇ ਵਿੱਚ। ਉਹ ਸਾਊਦੀ ਅਰੇਬੀਆ ਕਹਿ ਰਹੇ ਕੋਈ ਗੱਲ ਨਹੀਂ, ਕਹਿੰਦੇ ਕਿ ਅਸੀਂ ਬੰਦੇ ਟੰਗ ਦਿਆਂਗੇ, ਫੜ ਕੇ ਜੇਲ੍ਹ 'ਚ ਵੀ ਦੇ ਦੇਣਗੇ। ਜੇਲ੍ਹ ਵੀ ਕਿੱਦਾਂ ਦੀ ਹੋਣੀ ਆ, ਕਿਸੇ ਨੂੰ ਮਹਿਲ 'ਚ ਬਿਠਾ ਦੇਣੇ, ਕਿਸੇ ਵੀ ਚੱਲ ਤੂੰ 5 ਸਾਲ ਇੱਥੇ ਬੈਠਾ ਰਹੇ। ਹਾਂਜੀ, ਕੋਈ ਵੱਡੀ ਸਜ਼ਾ ਦੇਣ ਵਾਲੀ ਗੱਲ ਨਹੀਂ। ਸੋ ਇਹ ਗੱਲਾਂ ਮੰਨ ਰਹੇ ਆ, ਔਰ ਕੱਲਾ ਦੇਸ਼ ਆਪਣੇ ਹਿੱਤ ਦੇ ਖਾਤਰ ਕੀ ਕੁਛ ਕਰ ਰਿਹਾ ਜੀ। ਕਿਉਂਕਿ ਵੈਸੇ ਨਾ ਡਾਕਟਰ ਸਾਹਿਬ, ਜਦੋਂ ਮੀਡੀਆ ਦੇ ਵਿੱਚ ਹੈਡਲਾਈਨਸ ਫਲੈਸ਼ ਹੁੰਦੀਆਂ ਨੇ, ਪਾਬੰਦੀਆਂ ਲਗਾਈਆਂ, ਆਹ ਵਾਲੇ ਸੈਂਕਸ਼ਨਸ ਲਗਾ ਦਿੱਤੇ ਗਏ, ਤਾਂ ਲੋਕਾਂ ਦੇ ਵਿੱਚ ਇਹ ਜਾਂਦਾ ਕਿ ਨਹੀਂ ਬਹੁਤ ਕੁਝ ਹੋ ਰਿਹਾ, ਪਰ ਉਹ ਡਿਟੇਲ ਦੇ ਵਿੱਚ ਜਿਹੜਾ ਹੈਗਾ ਉਹਦੇ 'ਚ ਨਹੀਂ ਜਾਂਦੇ। ਡਿਟੇਲ ਦੇ ਵਿੱਚ ਜਾ ਕੇ ਤੁਹਾਨੂੰ ਪਤਾ ਲੱਗਦਾ ਕਿ ਜਿਹੜੇ ਪਾਬੰਦੀਆਂ ਲਾਉਂਦੇ ਆ, ਸੈਂਕਸ਼ਨਸ ਲਾਉਂਦੇ ਆ, ਆਪਣੇ ਹਿੱਤ ਲਈ ਲਾਉਂਦੇ ਆ, ਆਪਣਾ ਹਿੱਤ ਦੇਖਦੇ ਆ। ਦੇਖੋ, ਜੇ ਅਸੀਂ ਦੇਖਦੇ ਹਾਂ ਏਦਾਂ ਲੱਗਦਾ ਕਿ ਨਹੀਂ ਸੂਰਜ ਦਾ ਧਰਤੀ ਦੇ ਦੁਆਲੇ ਘੁੰਮਦਾ। ਹਾਂਜੀ, ਈਸਟ ਤੋਂ ਚੜ੍ਹਦਾ ਤਾਂ ਵੈਸਟ ਨੂੰ ਛਿਪ ਜਾਂਦਾ, ਪਰ ਸਾਇੰਟਿਸਟ ਸਾਨੂੰ ਦੱਸਦੇ ਆ ਕਿ ਨਹੀਂ, ਸੂਰਜ ਇੱਕ ਥਾਂ ਖੜਾ, ਧਰਤੀ ਘੁੰਮਦੀ ਹੈ ਜੀ। ਬਿਲਕੁਲ, ਇਨਵੈਸਟੀਗੇਸ਼ਨ ਕਰੇ ਤੇ ਪਤਾ ਲੱਗਦਾ ਨਾ ਜੀ ਜੀ। ਬਿਲਕੁਲ, ਕਹਿੰਦੇ ਤਾਂ ਇਹ ਕੁਝ ਹੋ ਰਿਹਾ, ਦਿਖਾਲਣ ਨੂੰ ਕੁਝ ਹੋ ਰਿਹਾ, ਵਿੱਚੋਂ ਹਰੇਕ ਦੇਸ਼ ਇਹੀ ਦੇਖਦਾ ਕਿ ਸਾਡੇ ਬੈਨੀਫਿਟ ਲਈ ਕੀ ਆ ਜੀ। ਬਿਲਕੁਲ ਡਾਕਟਰ ਸਾਹਿਬ, ਸਮਾਂ ਹੋ ਗਿਆ ਜੀ ਅੱਜ ਦੇ ਵਿਚਾਰ ਦਾ। ਆਪਣੇ ਸਰੋਤਿਆਂ ਨੂੰ ਅੱਜ ਦਾ ਵਿਚਾਰ ਵੀ ਦੱਸ ਦਿਓ। ਅੱਜ ਦਾ ਵਿਚਾਰ ਹੈ ਜੀ, ਕਹਿੰਦੇ ਸ਼ੇਰਨੀ ਦਾ ਦੁੱਧ ਸੋਨੇ ਦੇ ਭਾਂਡੇ 'ਚ ਹੀ ਚੰਗਾ ਲੱਗਦਾ। ਬਿਲਕੁਲ, ਇਸੇ ਨੋਟ ਤੇ ਅਸੀਂ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ, ਆਪਣੀ ਫੀਡਬੈਕ ਸਾਨੂੰ ਜ਼ਰੂਰ ਦੇਣਾ। ਕਾਲ ਕਰ ਸਕਦੇ ਹੋ ਤੁਸੀਂ 6045929191 ਤੇ 6045929191 ਤੇ, ਜਾਂ ਫਿਰ ਤੁਸੀਂ ਸਾਡੇ ਸੋਸ਼ਲ ਮੀਡੀਆ ਹੈਂਡਲਸ ਤੇ ਵੀ ਸਾਨੂੰ ਮੈਸੇਜ ਕਰ ਸਕਦੇ ਹੋ। ਫੇਸਬੁੱਕ ਪੇਜ ਹੈ ਰੇਡੀਓ ਇੰਡੀਆ 1110 ਦੇ ਨਾਂ ਹੇਠ, ਟਵਿੱਟਰ ਹੈ @radioindia1110 ਤੇ ਇੰਸਟਾਗ੍ਰਾਮ ਰੇਡੀਓ ਇੰਡੀਆ 1110 ਤੇ, ਜਾਂ ਫਿਰ ਤੁਸੀਂ ਸਾਨੂੰ ਈਮੇਲ ਵੀ ਲਿਖ ਸਕਦੇ ਹੋ info@radioindia.ca। ਤੁਹਾਡੇ ਸੁਝਾਵਾਂ ਨਾਲ ਅਸੀਂ ਆਪਣੇ ਪ੍ਰੋਗਰਾਮਸ ਨੂੰ ਹੋਰ ਵੀ ਜ਼ਿਆਦਾ ਬਿਹਤਰ ਬਣਾ ਸਕਦੇ ਹਾਂ। ਪ੍ਰੋਗਰਾਮ 'ਚ ਸਾਥ ਦੇਣ ਲਈ ਬਹੁਤ ਬਹੁਤ ਸ਼ੁਕਰੀਆ।